श्री वाहिगुरु साहिब जीओ। शिष्या ज्ञान हारो गुरुश्च गति दो, गोविंद एवा परो। दुष्टन नाशयतुम च काल सदिशो, नासिंह एवा परः। पापाचार रता नहत्य धरणी, संस्थाप्यायामास। जस्तं वंदे गुरु नानकं गुरुवरं, गुरु गोविंद सिंह गुरुम। जम दृष्ट्वा जमदूत भीति सहिता, गच्छन्ति दूरं परम। श्रोता जो गुरुदेव वाक्य बक्षो, मुच्यन्ति तम वै नरम। शिष्या जय गुरो सुरीति निपुणः, श्रुत्वा चातुष्यन्ति वै। वंदे तम गुरु नानकादिरचितं, गुरु ग्रंथं सहवं पावनं परम। वंदे तम गुरु नानकादिरचितं, गुरु ग्रंथं सहवं पावनं परम। कल दे पाठ विच महापुरुषो ਆਪਾਂ ਧਰਮ ਦੀ ਗੱਲ ਅੱਜ ਪ੍ਰਾਰੰਭ ਕਰਨੀ ਸੀ। ਧਰਮ ਕੀ ਹੈ, ਧਰਮ ਦਾ ਸਰੂਪ ਕੀ ਹੈ। ਔਰ ਕੱਲ ਇੱਕ ਸ਼ਬਦ ਆਇਆ ਸੀ, ਸ਼ਾਂਤਾਂਤਿ ਰਿਜੈ ਹਰੋ ਆਪਕਾਰੀ ਹਿਰਦੈ ਧਾਮ ਕੀਜੈ। ਉਹ ਸ਼ਾਂਤ ਆਦਿ ਕੀ ਨੇ, ਕਿਸ ਨੂੰ ਕਿਹਾ ਜਾਂਦਾ ਹੈ? ਸ਼ਾਂਤ ਆਦਿ, ਸ਼ਾਂਤੀ ਆਦਿ। ਤਾਂ ਉਸ ਦੇ ਲਈ ਛਠ ਸੰਪਤੀ ਦੀ ਇੱਥੇ ਗੱਲ ਆਈ ਹੈ। ਸ਼ਮ ਦਮ ਉਪਰਤੀ ਤਿਤਿਕਸ਼ਾ ਸਮਾਧਾਨ ਸ਼ਰਧਾ, ਇਹ 6 ਜਿਹੜੀਆਂ ਨੇ ਸਮਯਕ ਪ੍ਰਾਪਤੀਆਂ ਨੇ ਜੀਵ ਦੀਆਂ। ਔਰ ਸਭ ਤੋਂ ਪਹਿਲਾਂ ਸਮ ਨੂੰ ਲਈਏ ਤੇ ਸਮ ਦਾ ਅਰਥ ਹੁੰਦਾ ਹੈ ਕਿ ਜਿਹੜਾ ਸਮ ਦਾ ਅਰਥ ਹੈ, ਸਮਸਤਾ ਸ਼੍ਰਵਨਾਦਿ ਵਿਅਤਿਰਿਕਤ ਵਿਸ਼ੇ ਭਿਓ ਮਨਸੋ ਨਿਗ੍ਰਹ ਇਤੀ ਸ਼ਮਹ। ਸੰਸਕ੍ਰਿਤ ਵਿੱਚ ਇਹਨੂੰ ਕਹਿੰਦੇ ਆ ਵੀ ਸ਼ਰਵਣ, ਮੰਨਣ ਤੇ ਨਿਧ ਆਸਨ। ਇਹਨਾਂ ਤਿੰਨਾਂ ਤੋਂ ਭਿੰਨ ਜਿੰਨੇ ਵੀ ਵਿਸ਼ੇ ਵਿਕਾਰ ਨੇ, ਮਨ ਨੂੰ ਉਹਨਾਂ ਤੋਂ ਰੋਕ ਲੈਣਾ। ਮੰਨਣ, ਸ਼ਰਵਣ, ਮੰਨਣ, ਨਿਧ ਆਸਨ ਦੇ ਵਿੱਚ ਹੀ ਮਨ ਨੂੰ ਲਾਈ ਰੱਖਣਾ। ਮਨ ਨੂੰ ਇਹਨੂੰ ਕਹਿੰਦੇ ਨੇ ਸਮ ਕਰ ਲੈਣਾ, ਬਿਰਤੀ ਸਮ ਕਰ ਲਈ। ਸਮ ਬਿਰਤੀ ਦਾ ਅਰਥ ਹੈ ਸ਼ਰਵਣ, ਮੰਨਣ, ਨਿਧ ਆਸਨ। ਨਿਧਿਧਿਆਸਨ ਜਿਹੜਾ ਇਹ ਸ਼ਬਦ ਹੈ, ਨਿਸ਼ੇਸ਼ਨ ਅਧਿਆਸਨ ਕਰਨਾ, ਜਾਣੀ ਉਸ ਦਾ ਅਧਿਆਸ ਕਰਕੇ ਉਸਨੂੰ ਹਿਰਦੇ ਵਿੱਚ ਵਸਾ ਲੈਣਾ, ਹਿਰਦੈ ਗਮੈ ਕਰ ਲੈਣਾ। ਇਹ ਜਿਹੜੇ ਤਿੰਨੇ ਪ੍ਰਪਾਟੀ ਹੈ, ਇਹਨਾਂ ਦੇ ਵਿੱਚ ਵੱਲੋਂ ਇਹਨਾਂ ਵਿੱਚ ਜੋੜ ਕੇ ਮਨ ਨੂੰ ਹੋਰ ਪਾਸਿਆਂ ਤੋਂ ਰੋਕ ਲੈਣਾ, ਇਹਨੂੰ ਸਮ ਕਹਿੰਦੇ। ਤੇ ਦਮ ਦਾ ਅਰਥ ਹੁੰਦਾ ਹੈ ਦਮੋ ਬਾਹਯ ਇੰਦਰਿਆ ਨਾਮ ਤਦ ਵਿਤ੍ਰਿਕਤ ਵਿਸ਼ੇਭਿਓ ਨਿਵਰਤਨਮ ਇਤੀ ਦਮਹ। ਬਾਹਯ ਇੰਦਰੀਆਂ ਦੇ ਸ਼੍ਰਵਣਾਦੀ ਤੋਂ ਭਿੰਨ, ਯਾਨੀ ਬਾਹਯ ਇੰਦਰੀਏ ਜਿਹੜੇ, ਜਿਵੇਂ ਆਪਣੇ ਅੱਖਾਂ ਦੇਖਦੀਆਂ, ਨਾਸਿਕਾ, ਆਪਣੀ ਤਵਚਾ, ਚਮੜੀ ਹੈ, ਇਹ ਸਾਰੇ ਬਾਹਯ ਇੰਦਰੀ ਹੈ, ਬਾਹਰਲੇ ਇੰਦਰੀ। ਇਹਨਾਂ ਇੰਦਰੀਆਂ ਨੂੰ ਸ਼੍ਰਵਣਾਦੀ, ਸ਼੍ਰਵਣ, ਮੰਨਣ, ਨਿਧਿਆਸਨ ਤੋਂ ਭਿੰਨ ਵਿਸ਼ਿਆਂ ਤੋਂ ਹਟਾ ਕੇ ਰੱਖਣਾ। ਇਹ ਨਹੀਂ ਵੀ ਮਨ ਜਿਹੜਾ ਹੈ, ਮਨ ਤੇ ਰੋਕਣਾ, ਉਹਨੂੰ ਸਮ ਕਹਿੰਦੇ ਹੈ। ਬਾਹਯ ਇੰਦਰੀਆਂ ਨੂੰ ਜਦੋਂ ਰੋਕਣਾ, ਉਹਨੂੰ ਦਮ ਦਮ ਕਹਿੰਦੇ ਆ, ਦਮਨ ਕਰਨਾ, ਦਮਨਾ। ਤਾਂ ਫਿਰ ਸ਼ਾਸਤਰਕਾਰ ਨੇ ਇੱਥੇ ਕਿਹਾ ਵੀ ਬਾਹਯ ਇੰਦਰੀਆਂ ਨੂੰ ਰੋਕ ਲੈਣਾ। ਸਾਰੇ ਇੰਦਰੀਆਂ ਨੂੰ, ਅੰਦਰੋਂ ਮਨ ਨੂੰ ਪਹਿਲਾਂ ਰੋਕ ਲਿਆ, ਬਾਹਯ ਇੰਦਰੀਆਂ ਨੂੰ ਫਿਰ ਦਮ ਦੁਆਰਾ ਰੋਕ ਲਿਆ। ਫਿਰ ਉਦੋਂ ਗਾਂ ਆ ਗਈ ਉਪਰਤੀ। ਉਪਰਤੀ ਨਾਮ ਹੁੰਦਾ ਹੈ ਵਿਹਿਤਾ ਨਾਮ ਕਰਮਾ ਨਾਮ ਵਿਧੀ ਨਾਮ ਪਰਿਤਿਆਗः। ਉਪਰਤੀ ਵੇਦ ਵਿਹਿਤ, ਸੰਧਿਆ, ਬੰਧਨ, ਅਗਨੀਹੋਤਰ ਆਦਿ ਜਿੰਨੇ ਕਰਮ ਵੇਦ ਨੇ ਲਿਖੇ ਹੈ, ਸਾਰਿਆਂ ਨੂੰ ਤਿਆਗ ਕੇ ਕੇਵਲ ਈਸ਼ਵਰ ਦੀ ਬੰਦਗੀ ਵਿੱਚ ਹੀ ਲੀਨ ਹੋ ਜਾਣਾ, ਯਾਨੀ ਸਾਰਾ ਕੁਝ ਤਿਆਗ ਦੇਣਾ ਹੈ। ਕਾਮਲ ਫਕੀਰ ਜਦੋਂ ਸੰਨਿਆਸ ਆਪਾਂ ਲੈਂਦੇ ਹਾਂ, ਤਾਂ ਜਿਹਨੂੰ ਆਪਾਂ ਉਪਰਤੀ ਦਾ ਅਰਥ ਸੰਨਿਆਸ ਵੀ ਹੈ, ਸਮਯਕ ਨਾਸਾ ਸੰਨਿਆਸਾ, ਸੁਚੱਜੇ ਢੰਗ ਨਾਲ ਹਰ ਇੱਕ ਵਸਤੂ ਤੋਂ,
हर एक बिरती तो, हर एक पदार्थ तो त्याग कर लेना, मन करके, तन करके, बाणी करके। ਉਹਨੂੰ ਕਹਿੰਦੇ ਆ ਸੰਨਿਆਸ। ਸੰਨਿਆਸੀ ਦਾ ਅਰਥ ਕੱਪੜੇ ਪਹਿਨ ਕੇ ਨਹੀਂ, ਪਰ ਸੰਨਿਆਸੀ ਦਾ ਅਰਥ ਇਹ ਵੀ ਹੈ ਵੀ ਹਰ ਇੱਕ ਚੀਜ਼ ਤੋਂ ਉਹਨੇ ਆਪਣੇ ਆਪ ਨੂੰ ਦੂਰ ਕਰ ਲੈਣਾ ਤੇ ਦੂਰ ਹੋ ਜਾਣਾ। ਇਹਨੂੰ ਕਹਿੰਦੇ ਨੇ ਤੀਜਾ ਅੰਗ ਹੈ ਉਪਰਤੀ, ਛੱਡ ਦੇ ਵਿੱਚੋਂ ਤੀਜਾ ਅੰਗ ਉਪਰਤੀ ਹੈ। ਚੌਥਾ ਤਿਤਿਕਸ਼ਾ ਹੈ। ਤਿਤਿਕਸ਼ਾ ਇੱਥੇ ਵਿਦਵਾਨ ਸੱਜਣਾ ਨੇ ਲਿਖਿਆ ਹੈ ਵੀ ਤਿਤਿਕਸ਼ਾ ਦਾ ਅਰਥ ਹੈ ਸ਼ੀਤੋਸ਼ਨਾਦਿ ਦਵੰਦ ਸਹਿਸ਼ਣੁਤਾ ਇਤੀ ਤਿਤਿਕਸ਼ਾ, ਜਾਨੀ ਸੀਤ ਤੇ ਉਸਨ। ਨਾ ਹੀ ਉਸ, ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਨਾ ਹੀ ਉਸ ਉਸਨ, ਨਾ ਹੀ ਉਸ ਸੀਤ, ਨਾ ਹੀ ਉਹਨੂੰ ਗਰਮੀ ਲੱਗਦੀ ਹੈ, ਨਾ ਉਹਨੂੰ ਠੰਡ ਲੱਗਦੀ ਹੈ। ਐਸੀ ਮਹਾਨ ਬਿਰਤੀ ਵਿੱਚ ਵਿਚਰਨ ਵਾਲਾ ਜੀਵ ਤਿਤਿਕਸ਼ਾ ਸੁਭਾਉਂਦਾ ਹੈ, ਤਿਤਿਕਸ਼ਾ ਨੂੰ ਸਹਿਣ ਕਰਨ ਵਾਲਾ, ਜਾਨੀ ਤਿਤਿਕਸ਼ਾ ਵਿੱਚ ਰਹਿਣਾ। ਸਰਦੀ, ਗਰਮੀ, ਮਾਨ ਅਪਮਾਨ, ਜੈ ਪਰਾਜੈ, ਲਾਭ ਹਾਨੀ, ਸੁੱਖ ਦੁੱਖ ਆਦਿ ਜਿੰਨੇ ਵੀ ਦਵੰਦ ਨੇ, ਇੱਕ ਦੂਜੇ ਦੇ ਪਰਸਪਰ ਵਿਰੋਧੀ ਭਾਵ ਨੇ, ਇਹਨਾਂ ਨੂੰ ਸਹਿਣ ਕਰਨਾ। ਤੇ ਮਹਾਤਮਾ ਨੂੰ ਦੇਖਿਆ ਵੀ ਜਾਂਦਾ ਹੈ ਵੀ ਜਿਹੜੇ ਮਹਾਤਮਾ ਨੇ, ਮਹਾਨ ਆਤਮਾਵਾਂ ਨੇ, ਉਹ ਜਿੰਨੇ ਖੁਸ਼ ਰਹਿੰਦੇ ਨੇ, ਜੇ ਕੋਈ ਗਾਲ ਕੱਢੇ ਤਾਂ ਵੀ ਖੁਸ਼ ਹੈ, ਜੇ ਕੋਈ ਉਹਨਾਂ ਨੂੰ ਸਤਿਕਾਰ ਨਾਲ ਹਾਰ ਪਾ ਦੇ ਤਾਂ ਵੀ ਖੁਸ਼ ਹੈ। ਉਹ ਬਿਰਤੀ ਜਾ ਕੇ ਫਿਰ ਤਿਤਿਕਸ਼ਾ ਦੀ ਬਿਰਤੀ ਹੈ। ਇਹ ਸਮਾਧੀ ਜਿਹੜੇ ਗੁਣ ਨੇ ਉਹ ਮੰਗੇ ਜਿਹੜੇ ਆ ਗ੍ਰੰਥਾਕਾਰ ਨੇ, ਪੰਡਿਤ ਹਰਦਿਆਲ ਜੀ ਨੇ ਕਿਹਾ ਉਹ ਇੰਨੇ ਵੱਡੇ ਗੁਣ ਨੇ। ਚੌਥਾ ਹੈ ਸਮਾਧਾਨਮ। ਸਮਾਧਾਨ ਦਾ ਅਰਥ ਹੁੰਦਾ ਨਿਗ੍ਰਹਿ ਤਸਿਆ ਮਨਸਾ ਸ਼੍ਰਵਣਾਦੁ ਤਦ ਅਨੁਗੁਣ ਵਿਸ਼ੇ ਚਾ ਸਮਾਧੀ ਸਮਾਧਾਨਮ। ਕਹਿੰਦੇ ਜਿਹੜੇ ਵਸ਼ੀਭੂਤ ਮਨ ਦਾ ਸ਼੍ਰਵਣਾਦਿ, ਸ਼੍ਰਵਣ ਮੰਨਣ, ਨਿਧਿਆਸਨ ਆਦਿ ਅਨੁਕੂਲ ਵਿਸ਼ਿਆਂ ਨੂੰ ਸਥਿਰਤਾ ਭਾ ਇਕਾਗਰਤਾ ਨਾਲ ਜਦੋਂ ਵਿੱਚ ਵਿਚਰ ਜਾਣਾ, ਇਕਾਗਰਤਾ ਦੇ ਨਾਲ, ਉਹਨੂੰ ਸਮਾਧਾਨ ਕਹਿੰਦੇ। ਜਿਵੇਂ ਕਹਿੰਦੇ ਨੇ ਵਸ਼ੀਭੂਤ ਮਨ ਨੂੰ, ਸ਼੍ਰਵਣਾਦਿ ਜਿੰਨੇ ਵੀ ਨੇ, ਸ਼੍ਰਵਣ ਮੰਨਣ, ਨਿਧਿਆਸਨ ਇਤਿਆਦਿਕ, ਏਵਮ ਉਹਨਾਂ ਦੇ ਅਨੁਕੂਲ ਵਿਸ਼ਿਆਂ ਦੇ ਵਿੱਚ ਸਥਿਰਤਾ ਰੱਖਣੀ। ਜੋ ਵੀ ਕੁਝ ਮਿਲ ਗਿਆ ਉਹਦੇ ਵਿੱਚ ਸਥਿਰਤਾ ਰੱਖਣੀ ਹੈ, ਇਕਾਗਰਤਾ ਰੱਖਣੀ ਹੈ, ਮਨ ਨੂੰ ਭੰਗ ਨਹੀਂ ਕਰਨਾ, ਤੋੜਨਾ ਨਹੀਂ, ਬਿਰਤੀ ਨੂੰ ਇੱਕ ਚਿੱਤ, ਇੱਕ ਰਸ ਰੱਖਣਾ। ਜਿਵੇਂ ਸਾਡੇ ਕਾਮਲ ਸਤਿਗੁਰਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਸਭ ਕੁਝ ਸਹਿਣ ਕਰਦਿਆਂ ਇਕਾਗਰਤਾ ਭੰਗ ਨਹੀਂ ਕੀਤੀ, ਉਹਨੂੰ ਸੰਸਕ੍ਰਿਤ ਦੇ ਵਿੱਚ ਸਮਾਧਾਨਮ ਕਹਿੰਦੇ ਆ ਵੀ ਬਿਰਤੀ ਦਾ ਆਪਦੀ ਦਾ ਸਮਾਧਾਨ ਬਣਾ ਕਰੀ ਰੱਖਿਆ। ਤੇ ਛੇਵੀਂ ਹੈਗੀ ਹੈ ਸ਼ਰਧਾ। ਗੁਰੂ ਪਾਦਿਸ਼ਟ ਵੇਦਾਂਤ ਵਾਕੇਸ਼ੂ ਵਿਸ਼ਵਾਸਾ ਸ਼ਰਧਾ। ਗੁਰੂਆਂ ਦੇ ਵਚਨ, ਕਾਮਲ ਸਤਿਗੁਰਾਂ ਦੀ ਬਾਣੀ ਤੇ ਵੇਦਾਂਤ ਤੇ ਵੇਦ ਦੇ ਵਾਕਿਆਂ ਉੱਪਰ ਸ਼ਰਧਾ ਰੱਖਣੀ। ਯਾਨੀ ਜੋ ਸਾਡੇ ਪੂਰਵਜਾਂ ਨੇ ਸਾਡੇ ਲਈ ਗਿਆਨ ਦਿੱਤਾ ਹੈ, ਸਾਨੂੰ ਪਰੰਪਰਾਵਾਂ ਦਿੱਤੀਆਂ, ਸਾਨੂੰ ਜੋ ਕੁਝ ਵੀ ਉਹ ਦੇ ਕੇ ਗਏ ਆ, ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਸ ਅਨੁਸਾਰ ਜ਼ਿੰਦਗੀ ਜਿਉਣੀ, ਇਹਨੂੰ ਕਹਿੰਦੇ ਨੇ ਸ਼ਰਧਾ ਹੈ। ਇਸ ਲਈ ਸਤਿਗੁਰ ਪਾਤ ਵੀ ਜਿਹੜੀ ਸ਼ਰਧਾ ਭਾਵ ਹੈ ਆਪਣਾ ਜਾਗਰਤ ਜਿਹੜਾ ਉਹ ਬਣਿਆ ਰਵੇ, ਉਸਦੇ ਪ੍ਰਥਾਏ ਸਤਿਗੁਰ ਪਾਤਸ਼ਾਹ ਸਾਨੂੰ ਕਹਿੰਦੇ ਨੇ ਵੀ ਭਾਈ ਗੁਰਸਿੱਖੋ, ਸ਼ਰਧਾ ਵੇਦਾਂਤ ਵਾਕਿਆਂ ਤੇ, ਗੁਰੂਆਂ ਦੀ ਬਾਣੀ ਤੇ, ਸਤ ਬੁੱਧੀ ਦਾ ਨਾਮ ਵੀ ਸ਼ਰਧਾ। ਕਿਉਂਕਿ ਬੁੱਧੀ ਦੇ ਵਿੱਚ ਵੀ ਇਹ ਜਿਹੜੇ ਵਿਕਲਪ ਨੇ, ਸੰਕਲਪ ਨੇ, ਕਈ ਵਾਰ ਪੈਦਾ ਹੋ ਜਾਂਦੇ ਨੇ, ਤੇ ਇਸ ਲਈ ਜਿਹੜੀ ਸ਼ਰਧਾ ਹੈ ਹੁਣ ਆਪਾਂ ਜਿਹੜਾ ਧਰਮ ਦਾ ਸ਼ਲੋਕ, ਧਰਮ ਦੇ ਸ਼ਲੋਕ ਸੀ, ਉਹਨਾਂ ਨੂੰ ਆਪਾਂ ਪ੍ਰਾਰੰਭ ਕਰਦੇ ਹਾਂ ਵੀ ਧਰਮ ਕੀ ਕਹਿੰਦਾ। ਅਥ ਪ੍ਰਥਮੇ ਦਸ ਛੰਦ ਕਰ ਵਰਨੇ ਧਰਮ ਮਨਾਕ ਧਰਮ ਸਵਰੂਪ ਨਮਿਤ ਬ੍ਰਿਧ
ਸਥਿਤ ਨਸ਼ਟ ਵਿਪਾਕ। ਅਥ ਪ੍ਰਥਮੇ 10 ਛੰਦ ਕਰ। ਪਹਿਲਾਂ ਜਿਹੜੇ ਨੇ ਗ੍ਰੰਥਾਕਾਰ ਕਹਿੰਦੇ ਵੀ 10 ਛੰਦ ਕਰਕੇ ਮੈਂ ਵਰਣਨ ਕਰਦਾ ਧਰਮ ਦੀ, ਉਹਦੇ ਵਿੱਚ ਪਰਿਭਾਸ਼ਾ, ਧਰਮ ਕਿਵੇਂ ਵੱਧਦਾ ਹੈ, ਕਿਵੇਂ ਪ੍ਰਫੁੱਲਤ ਹੁੰਦਾ ਹੈ, ਕਿਵੇਂ ਨਸ਼ਟ ਹੁੰਦਾ ਹੈ, ਕਿਵੇਂ ਵਿਪਾਕ ਹੁੰਦਾ ਹੈ, ਇਹਦੇ ਵਿੱਚ ਸਾਰਾ ਵਰਣਨ ਮੈਂ ਧਰਮ ਦਾ ਨਿਮਿਤ ਚਿੰਨ੍ਹ ਕੀ ਹੈ, ਧਰਮ ਕਿੱਥੋਂ ਪੈਦਾ ਹੁੰਦਾ ਹੈ, ਪੈਦਾਇਸ਼ ਧਰਮ ਦੀ, ਧਰਮ ਨੂੰ ਵਧਾਉਣ ਵਾਲਾ ਸਿਸਟਮ ਕੀ ਹੈ, ਧਰਮ ਖੜਾ ਕਿੱਥੇ ਰਹਿੰਦਾ ਹੈ, ਧਰਮ ਭ੍ਰਸ਼ਟ ਕਦੋਂ ਹੁੰਦਾ, ਟੁੱਟਦਾ ਕਦੋਂ ਹੈ, ਇਹ ਸਾਰਾ ਆਉਣ ਵਾਲੇ ਜਿਹੜੇ ਹੈ ਉਹਦੇ ਵਿੱਚ ਗ੍ਰੰਥਾਕਾਰ ਵਰਣਨ ਕਰਦੇ ਨੇ। ਪਹਿਲਾ ਸ਼ਲੋਕ ਹੈ ਸੰਸਕ੍ਰਿਤ ਵਿੱਚ, ਮੈਂ ਥੋੜਾ ਸ਼ਲੋਕ ਬੋਲਦੇ ਹਾਂ, ਸ਼ੁਕਤਾਵਲੀ ਆਪਾਂ ਨਾਲ ਨਾਲ ਪੜ੍ਹ ਰਹੇ ਹਾਂ ਕਿਉਂਕਿ ਗ੍ਰੰਥਾਕਾਰ ਨੇ 2 ਨਾਮ ਲਿਖੇ ਹੈ, ਸਾਰਕਤਾਵਲੀ, ਸੁਕਤਾਵਲੀ। ਸੁਕਤਾਵਲੀ ਵੀ ਨਾਲ ਆਪਾਂ ਚਲਾ ਰਹੇ ਹਾਂ। ਧਰਮस्य तस्य लिंगानि दया क्षान्तिर्हिंसनं तपोदानं च शीलं च सत्यं शौचं वितृष्णता। ਤਾਂ ਫਿਰ ਉੱਥੇ ਖਿਮਾ, ਹਿੰਸਾ, ਦਇਆ, ਅੰਮ੍ਰਿਤ, ਸਤ ਵਚਨ, ਤਪਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਨ। ਖਿਮਾ, ਅਹਿੰਸਾ। ਖਿਮਾ ਦਾ ਅਰਥ ਹੈ क्षमा ਕਰ ਦੇਣਾ। ਖਿਮਾ, ਅਹਿੰਸਾ, ਅਹਿੰਸਕ ਹੋ ਜਾਣਾ, ਹਿੰਸਾ ਦਾ ਤਿਆਗ ਕਰ ਦੇਣਾ। ਕਿਸੇ ਵੀ ਸਿਸਟਮ ਦੇ ਵਿੱਚ ਹਿੰਸਾ ਮਹਾਰਾਜ ਮਿਊਟ ਹੋ ਗਿਆ ਜੀ। ਹਾਂਜੀ ਹਾਂਜੀ ਆ ਰਹੀ ਹੈ ਜੀ, ਆਵਾਜ਼ ਆਉਂਦੀ ਹੈ ਜੀ? ਹਾਂਜੀ ਆ ਰਹੀ ਹੈ ਜੀ, ਹੁਣ ਆ ਰਹੀ ਹੈ ਜੀ। ਖਿਮਾ, ਖਿਮਾ, ਅਹਿੰਸਾ, ਦਇਆ, ਅੰਮ੍ਰਿਤ। ਖਿਮਾ ਦਾ ਧਾਰਨ ਕਰਕੇ ਰੱਖਣੀ, ਦਇਆਵਾਨ ਵਿਅਕਤੀ ਜਾਗਰਤ ਰੱਖਣੀ, ਦਇਆਵਾਨ ਰਹਿਣਾ, ਗਰੀਬਾਂ ਉੱਪਰ ਦਇਆ ਕਰਨੀ। ਤੇ ਮ੍ਰਿਦ, ਮ੍ਰਿਦ ਦਾ ਅਰਥ ਹੈ ਮਿੱਠਾ ਸੁਭਾਵ, ਸਤ ਵਚਨ ਦੇ ਅਧਿਕਾਰੀ ਹੋਣਾ, ਤਪ ਕਰਨਾ ਤੇ ਦਾਨ ਕਰਨਾ। ਸੀਲ ਸੁਭਾਵ ਵਿੱਚ ਵਰਤਣਾ, ਯਾਨੀ ਸੀਲ ਸੁਭਾਵ ਦਾ ਅਰਥ ਹੈ ਵੀ ਹਮੇਸ਼ਾ ਹੀ ਸੁਸ਼ੀਲਤਾ ਨਾਲ ਪੇਸ਼ ਆਉਣਾ, ਉਗਰ ਅਵਸਥਾ, ਉਗਰ ਸ਼ਬਦਾਵਲੀ ਦਾ ਪ੍ਰਯੋਗ ਨਾ ਕਰਨਾ। ਸੋਚ, ਵੈਸੇ ਇੱਥੇ ਸੋਚ ਲਿਖਿਆ, ਸੌਚ ਪਾਠ ਹੈ ਜਿਹੜਾ ਗ੍ਰੰਥਾਂ ਦੇ ਵਿੱਚ। ਸ਼ੀਲ, ਸੌਚ, ਤ੍ਰਿਸ਼ਨਾ ਬਿਨਾ। ਸੌਚਨਾ ਨੂੰ ਪਵਿੱਤਰਤਾ ਦਾ, ਸਰੀਰ ਦੀ ਪਵਿੱਤਰਤਾ ਰੱਖਣੀ। ਤ੍ਰਿਸ਼ਨਾ ਬਿਨਾ, ਤ੍ਰਿਸ਼ਨਾ ਦਾ ਪਰਿਤਿਆਗ ਕਰ ਦੇਣਾ, ਤ੍ਰਿਸ਼ਨਾ ਤੋਂ ਦੂਰ ਹੋ ਜਾਣਾ। ਧਰਮ ਲਿੰਗ 10 ਜਾਣੇ, ਧਰਮ ਦੇ 10 ਚਿੰਨ੍ਹ ਨੇ, ਇਹਨਾਂ ਨੂੰ ਧਾਰਨ ਕਰਨ ਵਾਲਾ ਹੀ ਜੀਵ ਧਰਮੀ ਹੈ। ਜਿਹਦੇ ਵਿੱਚ ਇਹਨਾਂ ਵਿੱਚੋਂ ਇੱਕ ਵੀ ਖਿਸ ਜਾਵੇ, ਇੱਕ ਵੀ ਪਾਸੇ ਹੋ ਜਾਵੇ ਤੇ ਉਹਦਾ ਧਰਮ ਜਿਹੜਾ ਚੁੱਤ ਹੋ ਜਾਂਦਾ ਹੈ। ਅੱਗੇ ਜਾ ਕੇ ਆਪਾਂ ਪੜਾਂਗੇ, ਗ੍ਰੰਥਾਕਾਰ ਨੇ ਬੜਾ ਸੁੰਦਰ ਵਿਵਰਣ ਦਿੱਤਾ ਅਗਲੇ ਸ਼ਲੋਕਾਂ ਦੇ ਵਿੱਚ ਵੀ ਧਰਮ ਪੈਦਾ ਕਦੋਂ ਹੁੰਦਾ ਹੈ, ਧਰਮ ਵੱਧਦਾ ਕਦੋਂ ਹੈ, ਇਹਦਾ ਨਿਮਿਤ ਕੀ ਹੈ, ਸਾਰਾ ਅਗਲੇ ਸ਼ਲੋਕ ਵਿੱਚ ਵਰਣਨ ਆਉਂਦਾ ਹੈ। ਉਪਜੇ ਧਰਮ ਬਾਗ ਕਰ ਸਤ ਅਤ, ਦਇਆ ਦਾਨ ਕਰ ਧਰਮ ਵਧੇ ਨਿਤ। ਸਥਿਤ ਧਰਮ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਵਿਭੰਗਾ। ਕਹਿੰਦੇ ਧਰਮ ਕਿੱਥੇ ਪੈਦਾ ਹੁੰਦਾ ਹੈ? ਸਤਿਆਦ ਉਤਪद्यते ਧਰਮ, ਦਇਆ ਦਾਨੇ ਵਿਵਰਧਤੇ, क्षम्या तिष्ठते धर्म, क्रोधात् धर्मो विनश्यति। ਸੰਸਕ੍ਰਿਤ ਵਿੱਚ ਗ੍ਰੰਥਾਕਾਰ ਕਹਿੰਦਾ ਵੀ ਭਾਈ ਸਤਿਆਤ, ਸਤ ਤੋਂ ਉਤਪੰਨ ਹੁੰਦਾ ਹੈ ਧਰਮ, ਤੇ ਦਇਆ ਦਾਨ, ਦਇਆ ਦਾਨ ਦੇ ਨਾਲੇ ਵਰਧਯਤੇ, ਵੱਧਦਾ ਹੈ। ਦਇਆ ਦਾਨ ਦੇ ਨਾਲੇ ਵੱਧਦਾ ਹੈ, ਧਰਮ ਹਮੇਸ਼ਾ ਵੱਧਦਾ ਰਹਿੰਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, क्षम्या तिष्ठते धर्म, क्षमा ਕਰਨ ਦੇ ਨਾਲ ਇਹ ਧਰਮ ਰੁਕ ਜਾਂਦਾ ਹੈ। ਤੇ ਧਰਮ ਕ੍ਰੋਧ ਕਰ ਹੋਤ ਵਿਭੰਗਾ, ਧਰਮ ਨੂੰ ਜਦੋਂ ਆਪਾਂ ਕ੍ਰੋਧ ਕਰ ਲਈਏ ਤੇ ਵਿਭੰਗ ਹੋ ਜਾਂਦਾ ਹੈ, ਯਾਨੀ ਧਰਮ ਟੁੱਟ ਜਾਂਦਾ ਹੈ।
ਵੇਖ ਲਓ ਵੀ ਧਰਮ ਜਿਹੜਾ ਹੈ, ਧਰਮ ਆਪਾਂ ਕਹਿ ਦਿੰਦੇ ਆ ਕਕਾਰਾਂ ਦੇ ਨਾਲ ਵੀ। ਮਿਊਟ ਹੋ ਗਈ ਮਹਾਰਾਜ। ਉਹ ਬੰਦਾ ਹਮੇਸ਼ਾ ਹੀ ਧਰਮ ਤੋਂ ਦੂਰ ਹੋ ਜਾਂਦਾ ਹੈ, ਜਿਹੜਾ ਬੰਦਾ ਕ੍ਰੋਧ ਕਰ ਲੈਂਦਾ। ਧਰਮ ਕ੍ਰੋਧ ਕਰ ਹੋ ਤੋ ਭੰਗਾ। ਜੇ ਕ੍ਰੋਧਾਤੁਰ ਬਿਰਤੀ ਵਿੱਚ ਜਦੋਂ ਜੀਵ ਆਉਂਦਾ ਤੇ ਧਰਮ ਜਿਹੜਾ ਉਹਦਾ ਭੰਗ ਹੋ ਜਾਂਦਾ। ਉਹਨੂੰ ਆਪਾਂ ਕਹਿ ਲਈਏ ਵੀ ਸਭ ਤੋਂ ਵੱਡਾ ਚੰਡਾਲ ਕ੍ਰੋਧ ਉਹਨੂੰ ਚਿੰਬੜਿਆ ਹੋਵੇ ਤੇ ਉਹ ਬੰਦਾ ਜਿਹੜਾ ਹੈ ਧਰਮ ਤੋਂ ਦੂਰ ਹੋ ਜਾਂਦਾ, ਵਿਨਾਸ਼ ਕਰ ਲੈਂਦਾ ਹੈ ਆਪਣੇ ਧਰਮ ਦਾ। ਅਗਲੇ ਸ਼ਲੋਕ ਵਿੱਚ ਗ੍ਰੰਥਾਕਾਰ ਵਰਣਨ ਕਰਦੇ ਨੇ ਧਰਮ ਦਾ ਫਲ ਕੀ ਹੈ, ਧਰਮ ਕੀ ਕੀ ਦਿੰਦਾ ਇਸ ਜੀਵ ਨੂੰ, ਧਰਮ ਨੂੰ ਧਾਰਨ ਕਰਨ ਤੇ ਇਹਨੂੰ ਮਿਲਦਾ ਕੀ ਹੈ। ਸੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਪਤ ਪੰਡਤ ਦੇ ਅਰੋਗ ਫੁਨਾ ਧਰਮ ਜਾਨ ਫਲ ਸਤ। ਚੰਗੀ ਕੁਲ ਦੇ ਵਿੱਚ ਪੈਦਾਇਸ਼ ਹੋਣੀ, ਸ਼ੁਭ ਕੁਲ ਜਨਮ, ਮਾਤਾ ਪਿਤਾ ਸੰਸਕਾਰੀ, ਕੁਲ ਜਿਹੜੀ ਹੈ ਸੰਸਕਾਰਵਾਨ, ਲੋਕਾਂ ਦੇ ਵਿੱਚ ਕੁਲ ਦੀ ਪ੍ਰਤਿਸ਼ਠਾ ਬਣੀ ਹੋਣੀ, ਉਹਨੂੰ ਸ਼ੁਭ ਕੁਲ ਕਹਿੰਦੇ। ਉਸ ਕੁਲ ਦੇ ਵਿੱਚ ਜਨਮ ਹੋਣਾ ਛੋਟੀ ਗੱਲ ਨਹੀਂ ਹੈ। ਸਰੂਪ ਤਨ, ਤੇ ਜਿਹੜਾ ਤਨ ਹੈ ਈਸ਼ਵਰ ਨੇ ਉਹ ਵੀ ਸਰੂਪ ਵਾਲਾ ਸੁੰਦਰ ਸਰੂਪ ਦੇ ਦੇਣਾ। ਪਾਤਸ਼ਾਹ ਕਹਿੰਦੇ ਇਹ ਧਰਮ ਦੇ ਨਾਲ ਮਿਲਦਾ ਹੈ। ਸ਼ੁਭ ਕੁਲ ਜਨਮ ਮਿਲਦਾ ਹੈ, ਸਰੂਪ ਤਨ ਮਿਲਦਾ ਹੈ, ਤੇ ਭੂਪ ਭੋਗ ਪਤ। ਇਸ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਪਦਾਰਥ ਨੇ ਉਹ ਵੀ ਉਸਦੇ ਕੋਲ ਆਮ ਰਹਿੰਦੇ ਨੇ, ਭੂਪਤੀ ਆਮ ਰਹਿੰਦੀ ਹੈ। ਉਸਦੇ ਕੋਲ ਭੋਗ ਤੇ ਆਪਣਤਵ ਜਿਹੜਾ ਉਸਦੀ ਜਿਹੜੀ ਸ਼ਕਤੀ ਹੈ ਉਹ ਵੀ ਉਸਦੇ ਕੋਲੇ ਦੂਸਰਿਆਂ ਨਾਲੋਂ ਜ਼ਿਆਦਾ ਰਹਿੰਦੀ ਹੈ। ਧਰਮੀ ਪੁਰਸ਼ ਕੋਲ ਹਮੇਸ਼ਾ ਹੀ ਗ੍ਰੰਥਾਕਾਰਾਂ ਨੇ ਲਿਖਿਆ ਵੀ ਧਰਮੀ ਜਦੋਂ ਵੀ ਪੈਦਾ ਹੁੰਦਾ ਹੈ ਤਾਂ ਧਰਮੀ ਨੂੰ ਜੰਮਦੇ ਨੂੰ ਹੀ ਇਹ ਸਾਰੀਆਂ ਚੀਜ਼ਾਂ ਈਸ਼ਵਰ ਦੇ ਦਿੰਦਾ। ਕੀ ਕੀ ਦਿੰਦਾ ਹੈ? ਕਹਿੰਦੇ ਸ਼ੁਭ ਕੁਲ ਜਨਮ ਦੇ ਦਿੰਦਾ। ਪਹਿਲੇ ਤੇ ਇਹ ਹੈ ਵੀ ਚੰਗੀ ਕੁਲ ਦੇ ਵਿੱਚ ਜਨਮ ਹੋ ਜਾਣਾ, ਫਿਰ ਸਰੂਪ ਤਨ, ਨਿਰੋਗ ਸਰੀਰ ਤੇ ਕਾਇਆਵਾਨ ਸਰੀਰ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਫਿਰ ਕਹਿੰਦੇ ਉਸ ਤੋਂ ਬਾਅਦ ਰਾਜਿਆਂ ਦੇ ਸਮਾਨ, ਮਹਾਰਿਸ਼ੀਆਂ ਦੇ ਸਮਾਨ, ਵੱਡੇ ਲੋਕਾਂ ਦੇ ਸਮਾਨ ਉਸਦੇ ਕੋਲੇ ਭੂਪ, ਯਾਨੀ ਉਹਦਾ ਜਿੱਧਰ ਜਾਂਦਾ ਉਧਰ ਹੀ ਉਹਦੇ ਨਾਮ ਦੇ ਚਰਚੇ ਹੁੰਦੇ ਨੇ। ਧਨ ਬਹੁਤ ਹੋ ਜਾਂਦਾ ਹੈ ਤੇ ਪੁੱਤਰ ਆਦਿ ਵੀ ਉਸਨੂੰ ਈਸ਼ਵਰ ਜਿਹੜਾ ਹੈ ਬਖਸ਼ੀਸ਼ ਕਰ ਦਿੰਦਾ ਹੈ। ਪੰਡਤ ਦੇਹ, ਪੰਡਤ ਨਾਮ ਹੈ ਪੰਡਾ ਗਿਆਨਮ ਅਸਿਆ ਸਥਿਤੀ ਪੰਡਤਾ। ਪੰਡਤ ਦਾ ਅਰਥ ਹੁੰਦਾ ਹੈ ਗਿਆਨਵਾਨ ਹੋਣਾ। ਪੰਡਤ ਸ਼ਬਦ ਕਿਸੇ ਜਾਤੀ ਵਿਸ਼ੇਸ਼ ਦਾ ਸ਼ਬਦ ਨਹੀਂ ਹੈ। ਪੰਡਾ ਗਿਆਨਮ ਅਸਿਆ ਅਸਤੀਤੀ ਪੰਡਤਾ। ਪੰਡਤ ਮੀਨਸ ਗਿਆਨ ਹੈ ਕੋਲ ਜਿਸ ਦੇ ਉਹਨੂੰ ਪੰਡਤ ਕਿਹਾ ਜਾਂਦਾ। ਇੱਥੇ ਕਹਿੰਦੇ ਨੇ ਪੰਡਤ ਦੇਹ ਅਰੋਗ, ਵਿਦਵਾਨ ਹੋਣਾ ਤੇ ਦੇਹ ਰੋਗ ਹੋਣੀ, ਧਰਮ ਜਾਨ ਫਲ ਸਤ। ਕਹਿੰਦੇ ਇਹ ਧਰਮ ਦੇ 7 ਫਲ ਹੈ। ਧਰਮ ਨੂੰ ਧਾਰਨ ਕਰਨ ਵਾਲੇ ਨੂੰ ਈਸ਼ਵਰ ਇਹ 7 ਚੀਜ਼ਾਂ ਤੇ ਐਵੇਂ ਦੇ ਦਿੰਦਾ ਹੈ, ਉਹਦੇ ਬੋਝੇ ਵਿੱਚ ਹੁੰਦੀਆਂ। ਜਦੋਂ ਵੀ ਉਹ ਜਨਮ ਲੈ ਕੇ ਪੈਦਾ ਹੋ ਕੇ ਆਉਂਦਾ ਹੈ ਤਾਂ ਉਦੋਂ ਰਾਜਿਅਮ ਚਾ ਸੰਪਦਾ ਭੋਗਾ ਕੁਲੇ ਜਨਮ ਸਰੂਪਤః ਪੰਡਿਤਿਆ ਮਾਯੁਰਾਰੋਗਯਮ ਧਰਮ ਸਹੀ ਤਤ ਫਲਮ ਵਿਦੁ। ਇਹ 7 ਫਲ ਹੈ ਧਰਮ ਦੇ। ਗ੍ਰੰਥਾਕਾਰ ਕਹਿੰਦੇ ਵੀ ਰਾਜਿਅਮ ਚਾ ਸੰਪਦਾ ਭੋਗਾ, ਰਾਜਿਆ ਸੰਪਦਾ ਭੋਗ, ਕੁਲੇ ਜਨਮ ਸਰੂਪਤਾ, ਚੰਗੀ ਕੁਲ ਵਿੱਚ ਜਨਮ ਸਰੂਪ, ਤੇ ਪੰਡਿਤ ਹੋਣਾ, ਅਰੋਗਿਆ ਹੋਣਾ, ਆਯੂਵਾਨ ਵੀ ਹੋਣਾ। ਇਹ ਧਰਮ ਦੇ 7 ਫਲ ਨੇ। ਇਸ ਲਈ ਈਸ਼ਵਰ ਇਹ ਸਾਰਿਆਂ ਨੂੰ ਬਖਸ਼ਿਸ਼ ਕਰਦਾ ਜਿਹੜਾ ਧਰਮ ਤੇ ਪਰਪੱਕ ਰਹਿੰਦਾ ਹੈ। ਕਹਿੰਦੇ ਧਰਮ ਵਾਲੇ ਨੂੰ ਕੀ ਕਰਨਾ ਚਾਹੀਦਾ ਹੈ, ਧਰਮੀ ਕੀ ਕੀ ਕਰਦੇ ਨੇ, ਇਹ ਅੱਗੇ ਦੱਸਦੇ ਨੇ। ਯਾਨੀ ਧਰਮੀਆਂ ਦਾ ਸੁਭਾਅ ਕੈਸਾ ਹੋਣਾ ਚਾਹੀਦਾ ਹੈ, ਦਿਨਚਰਿਆ ਕੈਸੀ ਹੋਣੀ ਚਾਹੀਦੀ ਹੈ, ਕਿਵੇਂ ਉਹਨਾਂ ਦਾ ਦਿਨ ਤੇ ਟਾਈਮ ਲੰਘਣਾ ਚਾਹੀਦਾ। ਧਰਮ ਪ੍ਰੀਤ ਨਿਤ ਵੇਦ ਵਿਚਾਰੇ ਉੱਤਮ ਦਾਨ ਸੁਭਾਵ ਜੋ ਧਾਰੇ ਇੰਦਰ ਅਰਥ ਬੈਰਾਗੈ ਮਨ ਜੈ
ਜੈ ਇਹ ਪ੍ਰਾਪਤ ਸਫਲ ਜਨਮ ਤੈ। ਕਹਿੰਦੇ ਧਰਮ ਦਾ ਅਰਥ ਹੈ ਧਰਮ ਨਾਲ ਪ੍ਰੀਤੀ ਕਰਨ ਵਾਲਾ ਨਿਤ ਵੇਦ ਵਿਚਾਰੇ। ਵੇਦ ਦਾ ਅਰਥ ਹੈ ਵਿਦ ਗਿਆਨੇ ਧਾਤੂ ਹੈ, ਜਿੱਥੋਂ ਵੇਦ ਸ਼ਬਦ ਦੀ ਨਿਸਪੱਤੀ ਹੁੰਦੀ ਹੈ। ਜਾਣੀ ਧਰਮੀ ਹਮੇਸ਼ਾ ਹੀ ਵੇਦ ਦਾ ਅਰਥ ਗਿਆਨ ਨੂੰ ਵਿਚਾਰਦਾ ਰਹੇ, ਗਿਆਨ ਦੇ ਲਈ ਵਿਚਾਰਾਂ ਕਰਦਾ ਰਹੇ, ਗਿਆਨ ਦੀ ਪ੍ਰਾਪਤੀ ਲਈ ਤੁਰਿਆ ਰਹੇ, ਸੰਲਗਨ ਹੋਇਆ ਰਹੇ ਗਿਆਨ ਦੀ ਪ੍ਰਾਪਤੀ ਲਈ। ਫਿਰ ਉੱਤਮ ਦਾਨ, ਕਹਿੰਦੇ ਉੱਤਮ ਦਾਨ ਜਿਹੜਾ ਹੈ ਸੁਭਾਵ ਜੋ ਧਾਰੇ। ਉੱਤਮ ਦਾਨ ਕੀ ਹੈ? ਸਭ ਤੋਂ ਉੱਤਮ ਦਾਨ ਹੈ ਆਪਣੀ ਨੀਵੀਂ ਮਤ ਕਰਕੇ ਬੁੱਧੀ ਦੇ ਅਹੰ ਭਾਵ ਨੂੰ ਤਿਆਗ ਕੇ ਸਤਿਕਾਰ ਸਹਿਤ ਦੂਸਰੇ ਨੂੰ ਮਿਲਣਾ, ਇਹ ਸਭ ਤੋਂ ਵੱਡਾ ਉੱਤਮ ਦਾਨ ਹੈ। ਐਸਾ ਕਹਿੰਦੇ ਜਿਹੜਾ ਜੀਵ ਸੁਭਾਵ ਧਾਰਨ ਕਰ ਲੈਂਦਾ ਹੈ, ਜਿਹਦਾ ਐਸਾ ਸੁਭਾਵ ਬਣ ਜਾਂਦਾ ਹੈ। ਇੰਦਰ ਅਰਥ ਬੈਰਾਗ ਹੈ ਮਨ ਜਾਏ। ਕਹਿੰਦੇ ਇੰਦਰੇ ਜਿਹੜੇ ਨੇ ਉਹ ਅਰਥ ਤੋਂ ਬੈਰਾਗ, ਅਰਥ ਦਾ ਅਰਥ ਇੱਥੇ ਧਨ ਦੀ ਬਹੁਤਾਤ ਹੈ, ਪਦਾਰਥਾਂ ਦੀ ਬਹੁਤਾਤ ਹੈ। ਕਹਿੰਦੇ ਇੰਦਰੇ ਨੇ ਜਿਹੜੇ ਉਹਦੇ ਮਨ, ਚਿੱਤ, ਬੁੱਧੀ, ਅੱਖਾਂ, ਨੱਕ, ਕੰਨ, ਇਹ ਧਨ ਦੀ ਬਹੁਤਾਤ ਤੋਂ ਬੈਰਾਗਵਾਨ ਹੋ ਕੇ ਰਹਿੰਦੇ, ਜਾਣੀ ਧਨ ਨੂੰ ਤਿਆਗ ਕੇ ਰਹਿੰਦੇ, ਧਨ ਦੇ ਵਿੱਚ ਮਨ ਨਹੀਂ ਲਾਉਂਦੇ। ਤੇ ਜੈ ਇਹ ਪ੍ਰਾਪਤ ਸਫਲ ਜਨਮਤ ਹੈ। ਕਹਿੰਦੇ ਜਿਸ ਨੂੰ ਇਹ ਗੁਣ ਪ੍ਰਾਪਤ ਹੋ ਗਏ ਉਹਦਾ ਜਨਮ ਸਫਲ ਹੋ ਗਿਆ। ਧਰਮ ਦੀ ਪ੍ਰੀਤੀ ਕਰਨੀ, ਵੇਦ ਦੀ ਵਿਚਾਰ ਕਰਨੀ, ਮਨ ਨਿਮਰਤਾ ਦੇ ਵਿੱਚ ਸੁਭਾਵ ਗੰਭੀਰ ਤੇ ਸ਼ਾਂਤ ਰੱਖਣਾ, ਇੰਦਰੀਆਂ ਨੂੰ ਅਰਥ ਤੋਂ ਬੈਰਾਗਵਾਨ ਕਰਕੇ ਰੱਖਣਾ। ਇਹ ਨਹੀਂ ਵੀ ਜੇ ਗੱਲ ਸੁਣੀ ਤੇ ਉਧਰ ਨੂੰ ਮਨ ਆਕਰਸ਼ਿਤ ਹੋ ਗਿਆ, ਨਹੀਂ। ਇੰਦਰੀ ਜਿਹੜੇ ਨੇ ਉਹ ਮਨ ਜਿਹੜਾ ਹੈ ਉਹ ਧਨ ਤੋਂ, ਸੰਪਦਾ ਤੋਂ ਦੂਰ ਰਵੇ ਤੇ ਮਨ ਦੇ ਵਿੱਚ ਐਸਾ ਭਾਵ ਹੋ ਜਾਵੇ। ਗ੍ਰੰਥਾਕਾਰ ਕਹਿੰਦੇ ਜੇ ਇਹ ਐਸੀ ਭਾਵਨਾ ਜੀਵ ਕਰ ਲਵੇ ਨਾ ਤੇ ਫਿਰ ਜੇ ਇਹ ਪ੍ਰਾਪਤ ਸਫਲ ਜਨਮ ਤਾਂ ਇਹਦਾ ਜਨਮ ਸਫਲ ਹੋ ਜਾਏ। ਦੋਹਰਾ ਧਰਮੇ ਰਾਗਾ ਸ਼੍ਰੁਤਿਸ਼ਚਿੰਤਾ ਦਾਨੇ ਵਿਅਸਨ ਮੁੱਤਮੰ ਇੰਦ੍ਰਿयार्थेषु वैराग्यम संप्राप्तम जन्मना फलम। संस्कृत का उस श्लोक का ही अनुवाद है। संस्कृत का श्लोक है जो आप पहला पढ़िया है, धर्मप्रीत नित वेद विचार है। धर्मे रागा श्रुति चिंता, कहते श्रुतियां का चिंतन करना, वेदां का चिंतन करना, धर्म दे विच अनुराग पैदा हो जाना। ते दाने व्यसनम उत्तमम, यानी व्यसन ऐसा बना लेना जीवन दे विच भी दान करन दी ओहदी प्रीति बनी रहे। इंद्रियार्थेषु वैराग्यम, इंद्रियां दा अर्थ की है वैराग धारण कर लेना। इंद्रियां भाव इंद्रिया पदार्थाकार होना ही नहीं, किसी चीज देखने की इच्छा ही नहीं होनी मन में। संप्राप्तम जन्मना फलम, कहते फिर ये मन लो तुसी भी तुहाडा जिहड़ा जन्मना फल है, जन्म लैन का जिहड़ा फल है वो सारा ही संप्राप्तम तुहानूं मिल गया। इदों ते तुहानूं कुछ नहीं चाहिए दुनिया। इंद बिना जो मंद निस, मंद कंज बिन ताल, जीव मंद त्यों धर्म बिना, ताते धर्म न ताल। कहते जिमें इंद बिना जो मंद निस, इंद नाम है चंद्रमा का। चंद्रमा तो बिना जिहड़ी रात्रि हुंदी है ना, अंधेरी हुंदी है। ते सारे लोग कह दिंदे आ भी यार चंद्रमा नहीं चढ़िया ते अंधेरी रात है। कहते जिमें चंद्रमा तो बिना रात अंधेरी हुंदी है, हनेरा ज़्यादा हुंदा है, अंधेरा ज़्यादा हुंदा है, उत्थे जिमें मंद कंज बिन ताल, कंज नाम कमल दे फुल दा है, ताल नाम तलाब दा है। तलाब दे विच कमल दा फुल ना खिड़िया होवे ते शोभा नहीं दिंदा। रिशियां दी अगे ना सर्च हुंदी सी, जिहड़े जंगल विच रहिंदे, जे कमल दा फुल ਉਹਦੇ ਵਿੱਚ ਕੀਚੜ ਵਿੱਚ ਜਾਂ ਪਾਣੀ ਵਿੱਚ ਨਾ ਖਿੜਿਆ ਹੁੰਦਾ ਤੇ ਉੱਥੋਂ ਪਾਣੀ ਨਹੀਂ ਸੀ ਪੀਂਦੇ। ਉਹ ਮੰਨ ਲੈਂਦੇ ਸੀ ਵੀ ਇਹ ਜਿਹੜਾ ਪਾਣੀ ਹੈ ਜ਼ਹਿਰੀਲਾ ਹੋਏਗਾ ਜਾਂ ਪਾਣੀ ਅਸ਼ੁੱਧ ਹੋਏਗਾ, ਕੋਈ ਕਾਰਨ ਹੈ ਜਿਹੜਾ ਕਮਲ ਦਾ ਫੁੱਲ ਇੱਥੇ ਖਿੜਿਆ ਨਹੀਂ ਤੇ ਆਪਾਂ ਇੱਥੋਂ ਪਾਣੀ ਨਹੀਂ ਪੀਣਾ। ਰਿਸ਼ੀ ਪਾਣੀ ਪੀਂਦੇ ਨਹੀਂ ਸੀ ਉਸ ਤਲਾਬ ਤੋਂ ਜਿੱਥੇ ਕਮਲ ਦਾ ਫੁੱਲ ਨਾ ਖਿੜਿਆ ਹੋਵੇ। ਕਹਿੰਦੇ ਜੀਵ ਮੰਦ ਤਿਉ ਧਰਮ ਬਿਨਾ, ਇਹ ਜੀਵ ਤੂੰ ਮੰਦਾ ਹੈ ਉਸ ਧਰਮ ਤੋਂ ਬਿਨਾ
ਜਿਹੜੇ ਧਰਮ ਦੀ ਆਪਾਂ ਪਰਿਭਾਸ਼ਾ ਪਹਿਲਾਂ ਖਿਮਾ, ਅਹਿੰਸਾ, ਦਇਆ, ਅੰਮ੍ਰਿਤ, ਸਤ, ਵਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ ਧਰਮ, ਲਿੰਗ, ਦਸ, ਜਾਨ ਪੜ੍ਹ ਕੇ ਆਏ। ਕਹਿੰਦੇ ਉਸ ਧਰਮ ਨੂੰ ਧਾਰੇ ਤੋਂ ਬਿਨਾ ਤੂੰ ਮੰਦ ਹੈ ਤਾਂ ਤੇ ਧਰਮ ਨਾ ਟਾਲ, ਇਸ ਕਰਕੇ ਤੂੰ ਧਰਮ ਨੂੰ ਨਾ ਛੱਡ ਨਾ, ਕਿਉਂਕਿ ਧਰਮ ਨੂੰ ਧਾਰਨ ਕਰਕੇ ਰੱਖ ਲਾ। ਧਰਮ ਨੂੰ ਤੂੰ ਧਾਰਨ ਕਰੇਗਾ ਤਾਂ ਫਿਰ ਗ੍ਰੰਥਾਕਾਰ ਸੰਸਕ੍ਰਿਤ ਵਿੱਚ ਲਿਖਦੇ ਨੇ, ਜਥਾ ਚੰਦਰਮ ਬਿਨਾ ਰਾਤਰੀ ਕਮਲੇਨ ਸਰੋਵਰਮ ਤਥਾ ਨਾ ਸੋਭਯਤੇ ਜੀਵੋ ਬਿਨਾ ਧਰਮੇਨ ਸਰਵਥਾ। ਕਹਿੰਦੇ ਜਿਵੇਂ ਚੰਦਰ ਤੋਂ ਬਿਨਾ ਰਾਤਰੀ ਸੋਭਨੀ ਨਹੀਂ, ਕਮਲੇਨ ਸਰੋਵਰਮ, ਸਰੋਵਰ ਜਿਹੜਾ ਕਮਲ ਦੇ ਫੁੱਲ ਤੋਂ ਬਿਨਾ ਨਹੀਂ ਸ਼ੋਭਾ ਪਾਉਂਦਾ, ਤਥਾ ਨਾ ਸੋਭਯਤੇ ਜੀਵੋ, ਉਸੇ ਤਰ੍ਹਾਂ ਜੀਵ ਵੀ ਸ਼ੋਭਾ ਨਹੀਂ ਪਾਉਂਦਾ ਬਿਨਾ ਧਰਮੇਨ ਸਰਵਥਾ, ਧਰਮ ਤੋਂ ਬਿਨਾ ਸਦਾ ਹੀ ਇਹ ਸ਼ੋਭਾ ਨਹੀਂ ਪਾ ਸਕਦਾ। ਅਗਲੀ ਪੰਕਤੀ ਵਿੱਚ ਗ੍ਰੰਥਾਕਾਰ ਦੱਸਦੇ ਨੇ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਦਾਰਥ ਕੀ ਹੈ? ਸਭ ਤੋਂ ਵੱਡਾ ਪਦਾਰਥ ਸੰਤੋਖ ਹੈ, ਕਿਉਂਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ। ਮਹਾਤਮਾ ਬੁੱਧ ਕਹਿੰਦੇ ਨੇ ਕਿ ਸੰਤੁਸ਼ਟੀ ਪਰਮਮ ਧਨਮ, ਸੰਤੁਸ਼ਟੀ ਵਰਗਾ ਕੋਈ ਧਨ ਨਹੀਂ ਦੁਨੀਆ ਤੇ। ਸਮ ਸੰਤੋਖ ਨ ਔਰ ਸੁਖ ਤਪ ਨਾ ਖਿਮਾ ਸਮਝਾਨ, ਬ੍ਰਹਮ ਗਿਆਨ ਸਮਦਾਨ ਨਹਿ ਧਰਮ ਨ ਦਇਆ ਸਮਾਨ। ਕਹਿੰਦੇ ਨੇ ਸਮ ਸੰਤੋਖ ਨਾ ਔਰ ਸੁਖ, ਸੰਤੋਖ ਵਰਗਾ ਦੁਨੀਆ ਵਿੱਚ ਕੋਈ ਸੁੱਖ ਨਹੀਂ ਹੈ। ਜਿਹਦੇ ਕੋਲ ਸੰਤੋਖ ਹੈ ਉਹ ਭੁੱਖਾ ਬੈਠਾ ਵੀ ਰਜਿਆਵਾ ਹੁੰਦਾ ਹੈ। ਪਦਾਰਥਾਕਾਰ ਬੁੱਧੀ ਨਹੀਂ ਹੈ, ਦੁਨਿਆਵੀ ਬੁੱਧੀ ਨਹੀਂ ਹੈ, ਉਹਦੀ ਪਰਮਾਰਥਾਕਾਰ ਬੁੱਧੀ ਰਹਿੰਦੀ ਹੈ। ਈਸ਼ਵਰ ਅਪਰਾਇਣ ਰਹਿੰਦਾ, ਈਸ਼ਵਰ ਨਾਲ ਜੁੜਿਆ ਰਹਿੰਦਾ। ਸਮ ਸੰਤੋਖ ਨਾ ਔਰ ਸੁਖ, ਕੋਈ ਸੁਖ ਨਹੀਂ ਸੰਤੋਖ ਵਰਗਾ ਦੁਨੀਆ ਤੇ। ਤਪ ਨਾ ਖਿਮਾ ਸਮਝਾਨ, ਕਹਿੰਦੇ ਖਿਮਾ ਦੇ ਸਮਾਨ ਦੁਨੀਆ ਦਾ ਕੋਈ ਤਪ ਨਹੀਂ ਹੈ। ਕਿਸੇ ਤੋਂ ਬਦਲੇ ਦੀ ਭਾਵਨਾ ਦੇ ਵਿੱਚ ਉਹਦਾ ਨੁਕਸਾਨ ਕਰ ਦੇਣਾ ਬੜਾ ਸੁੱਖ ਹੈ, ਪਰ ਪਾਵਰ ਹੁੰਦਿਆਂ, ਸ਼ਮਤਾ ਹੁੰਦਿਆਂ ਕਿਸੇ ਦੇ ਕੀਤੇ ਨੂੰ ਆਪਦੇ ਸਿਰ ਤੇ ਲੈ ਕੇ ਤੇ ਚੁੱਪ ਹੋ ਕੇ ਬਹਿ ਜਾਣਾ, ਸ਼ਾਂਤੀ ਕਰ ਲੈਣੀ, ਇਹਨੂੰ ਖਿਮਾ ਕਹਿੰਦੇ ਆ। ਤੇ ਖਿਮਾ ਧਾਰਨ ਕਰਨ ਦੇ ਨਾਲ ਕਹਿੰਦੇ ਇਹਦੇ ਵਰਗਾ ਕੋਈ ਤਪ ਨਹੀਂ। ਜੇ ਖਿਮਾ ਧਾਰਨ ਕੀਤੀ ਹੈ ਤਾਂ ਮੰਨ ਲਵੋ ਵੀ ਤੁਸੀਂ ਸਭ ਤੋਂ ਵੱਡੇ ਤਪੀ ਹੋ। ਸਤਿਗੁਰ ਪਾਤਸ਼ਾਹ ਦੇ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਬ੍ਰਹਮ ਗਿਆਨ ਸਮਦਾਨ ਨਹਿ, ਤੇ ਬ੍ਰਹਮ ਈਸ਼ਵਰ ਦੇ ਗਿਆਨ ਵਰਗਾ ਕੋਈ ਦੁਨੀਆ ਤੇ ਦਾਨ ਨਹੀਂ ਹੈ। ਬ੍ਰਹਮ ਵਿਦਿਆ ਦਾਨ ਕਰਨੀ, ਬ੍ਰਹਮ ਦੇ ਅਕਸ਼ਰ ਸਿਖਾਉਣੇ, ਗੁਰਬਾਣੀ ਪੜ੍ਹਾਉਣੀ, ਇਹ ਸਭ ਤੋਂ ਵੱਡਾ ਦੁਨੀਆ ਵਿੱਚ ਦਾਨ ਹੈ। ਭਾਈ ਗੁਰਦਾਸ ਜੀ ਦੇ ਆਪਾਂ ਕਵਿਤ ਸੋਈਏ ਪੜ੍ਹਦੇ ਹਾਂ ਵੀ 100 ਅਸ਼ਵੇਧ ਜੱਗ ਵਰਗਾ ਫਲ ਇੱਕ ਗੁਰਸਿੱਖ ਨੂੰ ਪੜ੍ਹਾਉਣ ਦਾ ਮਿਲਦਾ। ਇਸ ਲਈ ਸਤਿਗੁਰ ਪਾਤਸ਼ਾਹ ਕਹਿੰਦੇ, ਇੱਥੇ ਪੰਡਿਤ ਹਰਦਿਆਲ ਜੀ ਕਹਿੰਦੇ ਆ ਵੀ ਭਾਈ ਸਿੱਖਾ ਦੇਖ ਲੈ, ਬ੍ਰਹਮ ਗਿਆਨ ਸਮਦਾਨ ਨਹਿ, ਬ੍ਰਹਮ ਗਿਆਨ ਵਰਗਾ ਕੋਈ ਦਾਨ ਨਹੀਂ ਹੈ ਦੁਨੀਆ ਵਿੱਚ। ਫਿਰ ਤੂੰ ਕੀ ਕਰਨਾ ਹੈ? ਕਹਿੰਦੇ ਧਰਮ ਨਾ ਦਇਆ ਸਮਾਨ, ਤੇ ਦਇਆ ਜੇ ਹੈਗੀ ਤੇਰੇ ਅੰਦਰ ਤੇ ਫਿਰ ਤੇਰੇ ਵਰਗਾ ਕੋਈ ਧਰਮ ਹੀ ਵੀ ਨਹੀਂ। ਕਿਉਂਕਿ ਜੇ ਤੇਰੇ ਅੰਦਰ ਦਇਆ ਨਹੀਂ ਤਾਂ ਫਿਰ ਤੂੰ ਮੰਨ ਲਾ ਵੀ ਤੈਨੂੰ ਧਰਮੀ ਵੀ ਨਹੀਂ ਕਹਿ ਸਕਦੇ। ਸ਼ਾਂਤਿਆ ਸਮਮ ਤਪੋ ਨਾਸਤੀ ਸੰਤੋਸ਼ਨ ਪਰਮ ਸੁਖਮ, ਨਾਸਤੀ ਵਿਦਿਆ ਸਮਮ ਦਾਨਮ, ਨਾਸਤੀ ਧਰਮੋ ਉਦਰਾ ਪਰਾ, ਧਰਮੋ ਦਇਆ ਪਰਾ। ਕਹਿੰਦੇ ਸ਼ਾਂਤਿਆ ਸਮਮ ਤਪੋ ਨਾਸਤੀ, ਸ਼ਾਂਤੀ ਵਰਗਾ ਕੋਈ ਤਪ ਨਹੀਂ ਹੈ, ਸੰਤੋਸ਼ ਵਰਗਾ ਕੋਈ ਸੁਖ ਨਹੀਂ ਹੈ। ਨਾਸਤੀ ਵਿਦਿਆ ਸਮਮ ਦਾਨਮ, ਤੇ ਵਿਦਿਆ ਵਰਗਾ ਕੋਈ ਦਾਨ ਨਹੀਂ ਹੈ ਦੁਨੀਆ ਤੇ, ਬ੍ਰਹਮ ਗਿਆਨ ਦੀ ਵਿਦਿਆ। ਨਾਸਤੀ ਧਰਮੋ ਦਇਆ ਪਰਾ, ਤੇ ਦਇਆ ਵਰਗਾ ਕੋਈ ਵੀ ਧਰਮ ਨਹੀਂ ਹੈ, ਦਇਆ ਵਰਗਾ ਦੁਨੀਆ ਤੇ ਕੋਈ ਵੀ ਉਤਕ੍ਰਿਸ਼ਟ ਸੱਚਾ ਸੁੱਚਾ ਕਾਰਜ ਨਹੀਂ ਹੈ। ਇੱਕ ਸ਼ਲੋਕ ਆਉਂਦਾ ਸਿਰ ਦਾ, ਉਹਦੇ ਵਿੱਚ ਗ੍ਰੰਥਾਕਾਰ ਨੇ ਸੁੰਦਰ ਚਿਤਰਨ ਕੀਤਾ ਹੈ। ਅੰਨਦਾਨਮ ਮਹਾਦਾਨਮ ਵਿਦਿਆ ਦਾਨਮ ਤਤੋ ਪਰਮ, ਅੰਨਾਦ ਕਸ਼ਣਮ ਤ੍ਰਿਪਤੀ ਜਾਵਤ ਜੀਵੇ ਤੂ ਵਿਦਿਆ। ਕਹਿੰਦੇ ਅੰਨ ਦਾ ਦਾਨ ਮਹਾਦਾਨ ਹੈ ਦੁਨੀਆ ਵਿੱਚ। ਅੰਨਮ ਪ੍ਰਾਣਮ, ਅੰਨ ਦੇ ਨਾਲ ਪ੍ਰਾਣ ਸੰਚਰਨ ਹੁੰਦੇ ਨੇ, ਚੱਲਦੇ ਨੇ, ਪਰ ਵਿਦਿਆ ਦਾਨ ਇਦੋਂ ਵੀ ਵੱਡਾ ਹੈ। ਕਿਉਂ? ਗ੍ਰੰਥਾਕਾਰ ਕਹਿੰਦੇ
ਅੰਨਾਤ ਕਸ਼ਨਮ ਤ੍ਰਿਪਤੀ, ਅੰਨ ਨਾਲ 2-4 ਛਿਣ ਤ੍ਰਿਪਤ ਰਹਿੰਦਾ ਬੰਦਾ। ਤੋਂ ਰੂਪਸਾ ਜਾਗਦੀ ਹੈ, ਭੁੱਖ ਲੱਗਦੀ ਹੈ, ਤੇ ਲੱਗਦੀ ਹੈ, ਪਾਸਾ ਆਦਿ ਵਿੱਚ ਬੰਦਾ ਪ੍ਰਵਿਰਤ ਫਿਰ ਹੋ ਜਾਂਦਾ। ਪਰ ਜਿਹੜੀ ਵਿਦਿਆ ਹੈ, ਜਾਵਤ ਜੀਵੇ ਤੂੰ ਵਿਦਿਆ, ਜਦੋਂ ਤੱਕ ਬੰਦਾ ਜਿਉਂਦਾ ਰਹਿੰਦਾ ਹੈ ਵਿਦਿਆ ਉਹਦੇ ਚੇਤੇ ਰਹਿੰਦੀ ਹੈ, ਤੇ ਵਿਦਿਆ ਉਹਨੂੰ ਅੱਗੇ ਵਧਾਉਂਦੀ ਰਹਿੰਦੀ ਹੈ, ਉਹਦਾ ਜੀਵਨ ਸਫਲ ਕਰ ਦਿੰਦੀ ਹੈ ਵਿਦਿਆ। ਇਸ ਕਰਕੇ ਵਿਦਿਆ ਦਾਨ ਕਰਨੀ ਚਾਹੀਏ। ਤੇ ਨਿਰਮਲਿਆਂ ਦਾ ਮਤ, ਨਿਰਮਲਿਆਂ ਦੀ ਪਰਿਭਾਸ਼ਾ, ਡੈਫੀਨੇਸ਼ਨ ਇਹ ਹੈ, ਪੜ੍ਹਨਾ ਤੇ ਪੜ੍ਹਾਉਣਾ। ਯਾਨੀ ਇਹ ਇੱਕ ਬਹੁਤ ਵੱਡਾ ਕਾਰਜ ਹੈ। ਸਤਿਗੁਰ ਪਾਤਸ਼ਾਹ ਵੀ ਦੱਸਦੇ ਨੇ, ਤੇ ਇੱਥੇ ਪੰਡਤ ਹਰਦਿਆਲ ਜੀ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ। ਅੱਗੇ ਵਰਣਨ ਕਰਦੇ ਨੇ, ਚਾਰੋ ਫਲ ਮੈਂ ਏਕ ਭੀ, ਉਪਜੈ ਹਿਰਦੈ ਨ ਜਾਸ, ਅਜਾ ਗਲੇ ਕੇ ਕੁਚ ਨ ਜਿਉ, ਜਨਮ ਵਿਅਰਥ ਹੈ ਤਾਸ। ਚਾਰੋ ਫਲ ਮੈਂ ਏਕ ਭੀ। ਚਾਰੇ ਫਲ ਕਿਹੜੇ ਨੇ? ਸ਼ਾਂਤੀ, ਸੰਤੋਸ਼, ਵਿਦਿਆ ਦਾ ਦਾਨ ਤੇ ਦਇਆ। ਇਹਨਾਂ ਦੇ ਵਿੱਚੋਂ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਇੱਕ ਵੀ ਨਹੀਂ ਵਸਦੀ, ਉਪਜਿਆ ਹਿਰਦਾ ਹੈ ਨਾ ਜਾਸ। ਚਾਰੋਂ ਫਲ ਮੈਂ ਇੱਕ ਵੀ, ਚਾਰ ਫਲ ਹੈ ਇਸ ਧਰਤੀ ਦੇ ਮਹਾਨ ਫਲ। ਜਿਹਦੇ ਕੋਲ ਇਹ ਸੰਤੋਖ ਆਦਿ, ਬ੍ਰਹਮ ਗਿਆਨ ਦੀ ਵਿਦਿਆ, ਦਾਨ ਦੇਣਾ ਆਦਿ, ਇਹ ਇੱਕ ਵੀ ਗੁਣ ਨਹੀਂ ਹੈ ਜਿਹਦੇ ਹਿਰਦੇ ਦੇ ਵਿੱਚ। ਬੱਕਰੀ ਨੂੰ ਇੱਕ ਗਾਲੇ ਚ ਥਣ ਜੇ ਲੱਗੇ ਹੁੰਦੇ ਆ, ਛੋਟੇ ਛੋਟੇ, ਉਹ ਦੇਖਣ ਨੂੰ ਬਸ ਭਾਰ ਹੀ ਹੁੰਦਾ, ਨਾ ਤੇ ਉਹਨਾਂ ਵਿੱਚੋਂ ਦੁੱਧ ਆਉਂਦਾ ਹੈ, ਤੇ ਉਹ ਬੱਕਰੀ ਦਾ ਮੁੱਲ ਵੀ ਘਟਾ ਦਿੰਦੇ ਨੇ, ਸੁਹੱਪਣ ਵੀ ਘਟਾ ਦਿੰਦੇ ਨੇ। ਉਸੇ ਤਰ੍ਹਾਂ ਕਹਿੰਦੇ ਇਹ ਜੀਵ ਤੇਰੇ ਕੋਲ ਜੇਕਰ ਇਹ ਗੁਣ ਇੱਕ ਵੀ ਤੇਰੇ ਵਿੱਚ ਨਹੀਂ ਹੈ, ਤੇਰੇ ਕੋਲ ਸ਼ਾਂਤੀ ਹੈ ਨਹੀਂ, ਸੰਤੋਖ ਹੈ ਨਹੀਂ, ਵਿਦਿਆ ਦਾਨ ਦੀ ਪਰਿਭਾਸ਼ਾ ਤੇਰੇ ਕੋਲ ਨਹੀਂ, ਤਾਂ ਦਇਆ ਤੇਰੇ ਵਿੱਚ ਨਹੀਂ ਹੈ, ਤਾਂ ਫਿਰ ਇਹਦਾ ਮਤਲਬ ਇਹ ਹੈ ਵੀ ਅਜਾ ਗਲੇ ਕੇ ਕੁਚਨ ਜਿਉ, ਜਨਮ ਵਿਅਰਥ ਹੈ ਤਾਸ, ਤੇਰਾ ਜਨਮ ਵਿਅਰਥ ਹੈ। ਤੂੰ ਇਸ ਨੂੰ ਪ੍ਰਾਪਤ ਕਰ, ਪ੍ਰਾਪਤ ਕਰਨ ਦਾ ਜਰੀਆ ਖੋਜ, ਤੇ ਅੱਗੇ ਨੂੰ ਵੱਧਦਾ ਹੋਇਆ ਵਿਦਿਆ ਪੜ੍ਹ ਤੇ ਪੜ੍ਹਾਉਣ ਦੇ ਵਿੱਚ ਰੁਚੀ ਲੈਣੀ ਕਰ। ਧਰਮ ਪਰਮ ਪਾਰਸ ਹੈ, ਜੋ ਦਾਇਕ ਫਲ ਚਾਰ, ਤਾਤੇ ਜੋ ਕਿਉ ਧਰਮ ਕੋ, ਤਰੇ ਜੋ ਬੁੱਧ ਉਦਾਰ। ਕਹਿੰਦੇ ਧਰਮ ਪਰਮ ਪਾਰਸ ਹੈ। ਹੈ ਧਰਮ ਇੱਕ ਪਾਰਸ ਦੀ ਨਿਆਈ ਹੈ। ਜਿਹੜਾ ਜੀਵ ਧਰਮ ਨੂੰ ਧਾਰਨ ਕਰ ਲੈਂਦਾ, ਉਹ ਸਵਰਨ ਤੇ ਬਣੀ ਜਾਂਦਾ ਹੈ। ਉਹਦੇ ਵਿੱਚ 16 ਬੰਨਿਆਂ ਦੀ ਸ਼ੁੱਧਤਾ ਤੇ ਆਈ ਜਾਂਦੀ। ਜੋ ਦਾਇਕ ਫਲ ਚਾਰ, ਜੋ ਚਾਰ ਫਲ ਪ੍ਰਾਪਤ ਹੁੰਦਾ, ਤਾਤੇ ਜੋ ਕੋ ਧਰਮ ਕੋ ਧਰੇ ਜੋ ਬੁੱਧ ਉਦਾਰ। ਕਹਿੰਦੇ ਇਸ ਕਰਕੇ ਧਰਮ ਪਾਰਸ ਹੈ, ਧਰਮ ਨੂੰ ਧਾਰਨ ਕਰ ਲਓ, ਇਹ ਸਾਰੇ ਫਲ ਆਪਣੇ ਆਪ ਆ ਜਾਣਗੇ। ਇਸ ਕਰਕੇ ਧਰਮ ਨੂੰ ਧਾਰਨ ਕਰਨ ਵਾਲੇ ਦੇ ਵਿੱਚ ਸੰਤੋਖ, ਤਪ, ਬ੍ਰਹਮ ਗਿਆਨ ਤੇ ਦਇਆ ਆਦਿ ਸਾਰੇ ਗੁਣ ਆ ਜਾਂਦੇ। ਤਾਤੇ ਜੋ ਕੋ ਧਰਮ ਕੋ ਧਰੇ ਜੋ ਬੁੱਧ ਉਦਾਰ। ਉਦਾਰਵਾਨ ਲੋਕ, ਉਦਾਰ ਚਰਿੱਤਰ ਵਾਲੇ, ਵੱਡੀ ਸੋਚ ਵਾਲੇ, ਗੰਭੀਰ ਸੁਭਾਅ ਵਾਲੇ ਲੋਕ ਹਮੇਸ਼ਾ ਹੀ ਆਪਣੀ ਬੁੱਧੀ ਦੇ ਵਿੱਚ ਧਾਰਨ ਕਰਕੇ ਰੱਖਦੇ ਨੇ ਧਰਮ ਨੂੰ, ਧਰਮੀ ਬਣ ਕੇ ਰਹਿੰਦੇ। ਇੱਕ ਕਵਿਤਾ ਬੜਾ ਸੁੰਦਰ ਗ੍ਰੰਥਾਕਾਰ ਨੇ ਲਿਖਿਆ, ਪਰਾ ਸੰਸਕ੍ਰਿਤ ਦੀ ਥੋੜੀ ਵਿਆਖਿਆ ਕਰ ਦਈਏ। ਧਰਮਾ ਪਾਰਸਵੇ ਹੀ ਵੈ ਨਿਤਯਮ, ਚਤੁਰਵਰਗ ਫਲ ਪ੍ਰਦਾਹ, ਅਤੋ ਯਥਾ ਤਥਾ ਧਰਮਮ, ਧਾਰਿਏਤ ਬ੍ਰੋਧੀ ਮਨ ਰਹਾ। ਕਹਿੰਦੇ ਧਰਮ ਜਿਹੜਾ ਹੈ, ਬੁੱਧੀਵਾਨ ਲੋਕ ਉਹੀ ਹੈ ਇਸ ਧਰਤੀ ਵਿੱਚ ਜਿਹਨੇ ਧਰਮ ਨੂੰ ਧਾਰਨ ਕੀਤਾ ਹੈ। ਧਰਮ ਪਾਰਸ ਦੀ ਤਰ੍ਹਾਂ ਹੈ, ਨਿਤ ਹੀ ਚਾਰ ਫਲ ਦਿੰਦਾ ਰਹਿੰਦਾ, ਕਿਉਂਕਿ ਸਾਰੇ ਫਲ ਦੁਨੀਆ ਦੇ ਇਹ ਧਰਮ ਜਿਹੜਾ ਹੈ ਬੰਦੇ ਦੀ ਝੋਲੀ ਵਿੱਚ ਪਾ ਦਿੰਦਾ। ਨਾਗ ਸੋਭੈ ਮਦ ਕਰ, ਨੀਰ ਸੋਭੈ ਇੰਦੀ ਵਰ, ਰੈਣ ਸੋਭੈ ਹਿਮ ਕਰ, ਨਾਰ ਸੀਲ ਰਤ ਤੇ, ਸੋਭਤ ਤਰੰਗ ਜਬ, ਧਾਮ ਸੋਭੈ ਉਤ ਸਭ, ਸੋਭੈ ਵਿਆ ਕਰਨ ਰਵੀ, ਨਦੀ ਹੰਸ ਗਤ ਤੇ, ਸਭਾ ਸੋਭੈ ਵਿਦਿਆਵਾਨ, ਕੁਲ ਸੋਭੈ ਸੁਭ ਸੰਤਾਨ, ਭਾਨ ਸੋਭੈ ਕਰੈ ਦਾਨ,
ਖਿਤ ਖਿਤ ਪਤ ਤੇ ਮੂੰਡ ਸੋਬੈ ਕਰੈ ਮਨ ਸਿੱਖੀ ਸੋਬੈ ਪਰੈ ਹੁਣ ਸੋਬੈ ਆਤਿ ਸੈਤਰ ਪਉਣ ਧਰਮੀ ਸੁਮਤ ਤੇ ਕਹਿੰਦੇ ਨਾਗ ਸੋਬੈ ਨਾਗੋ ਭਾਤੀ ਮਦੇਨ ਕਮ ਜਲ ਰੋਹੀ ਪੂਰਨੇਨ ਦੋਨਾ ਸ਼ਰਵਰੀ ਸ਼ੀਲੇਨ ਪ੍ਰਮਦਾ ਜੀਵੇਨ ਤੁਰਗੋ ਨਿਤਯ ਉਤੋ ਸਰਵਈ ਮੰਦਰਮ ਬਾਣੀ ਵਿਆਕਰਣੇਨ ਹੰਸ ਮਿਥੁਨੈਰ ਨਦਿਆ ਸਵਾ ਪੰਡਤൈ ਸਤਪੁੱਤਰੇਨ ਕੁਲੰ ਨਿਰਪੇਨ ਵਸੁਦਾ ਲੋਕਤ੍ਰਯੰ ਧਾਰਮਕਈ। ਗ੍ਰੰਥਾਕਾਰ ਕਹਿੰਦੇ ਨਾਗ ਸੋਭੈ ਮਦ ਕਰ। ਨਾਗ ਨਾਮ ਹੈ ਹਾਥੀ ਦਾ। ਇੱਥੇ ਨਾਗ ਦਾ ਅਰਥ ਨਹੀਂ ਹੈ, ਇੱਥੇ ਨਾਗ ਦਾ ਅਰਥ ਗ੍ਰੰਥਾਕਾਰ ਨੇ ਹਾਥੀ ਤੋਂ ਲਿਆ। ਕਹਿੰਦੇ ਨਾਗ ਸੋਭੈ ਮਦ ਕਰ। ਹਾਥੀ ਜਿਹੜਾ ਨਾ ਉਹ ਮਦ ਕਰਦਾ ਹੋਇਆ, ਝੂਲਦਾ ਹੋਇਆ ਸੋਭਾ ਪਾਉਂਦਾ ਹੈ। ਭਾਵ ਮਸਤ ਹੋਇਆ ਹੋਵੇ ਤੇ ਝੂਲਦਾ ਹੋਵੇ ਦੁਆਰ ਤੇ ਖੜਾ। ਫਿਰ ਕਹਿੰਦੇ ਨੀਰ ਸੋਭਾ ਇੰਦੀਵਰ। ਨੀਰ ਜਿਹੜਾ ਤਲਾਬ ਹੈ ਉਹ ਸੋਭਦਾ। ਇੰਦੀਵਰ ਨਾਮ ਹੈ ਜਿਹੜਾ ਇੰਦੀ ਲੈ ਕੇ ਬੰਨ ਹੋ। ਇਹਦਾ ਅਰਥ ਲੈ ਲਈਏ ਤਾਂ ਇੱਥੇ ਆ ਜਾਊਗਾ ਕਮਲ ਦਾ ਫੁੱਲ। ਕਮਲ ਦੇ ਫੁੱਲ ਦੇ ਨਾਲ ਤਲਾਬ ਸੋਭਾ ਪਾਉਂਦਾ। ਕਹਿੰਦੇ ਰੈਣ ਸੋਭਾ ਹਿਮ ਕਰ ਤੇ ਰਾਤਰੀ ਸੋਭਾ ਪਾਉਂਦੀ ਹੈ। ਥੋੜੀ ਜਿਹੀ ਠੰਡੀ ਠੰਡੀ ਹਵਾ ਚੱਲਦੀ ਹੋਵੇ, ਠੰਡੀ ਹਵਾ ਚੱਲਦੀ ਹੋਵੇ ਤੇ ਰਾਤਰੀ ਆਪਾਂ ਨੂੰ ਬੜੀ ਚੰਗੀ ਲੱਗਦੀ ਹੈ। ਹਿਮ ਕਰ ਤੇ ਚੰਦਰਮਾ ਵੀ ਨਿਕਲਿਆ ਵਾ ਹੋਵੇ। ਨਾਰ ਸੀਲ ਰਤ ਤੇ ਨਾਰੀ ਜਿਹੜੀ ਹੈ ਸੀਲ ਸੁਭਾਵ ਕਰਕੇ ਸੋਭਾ ਪਾਉਂਦੀ ਹੈ। ਉਹਦਾ ਸੁਭਾਵ ਸੀਲ ਹੋਣਾ ਚਾਹੀਦਾ। ਜੇ ਉਸ ਦੇ ਵਿੱਚ ਉਗਰਤਾ ਹੈ ਤਾਂ ਸੋਭਾ ਨਹੀਂ ਪਾ ਸਕਦੀ। ਸੋਵਤ ਤਰੰਗ ਜਬ। ਤਰੰਗ ਨਾਮ ਘੋੜੇ ਦਾ। ਕਹਿੰਦੇ ਘੋੜਾ ਸੋਭਾ ਪਾਉਂਦਾ ਜਦੋਂ ਉਹਦਾ ਰੇਪੀਆ ਲੱਗਿਆ ਹੋਵੇ ਤੇ ਇੱਕ ਚਾਲ ਵਿੱਚ ਚੱਲਦਾ, ਬੰਦੇ ਨੂੰ ਭੜਕਾਵੇ ਨਾ। ਜਿੱਤੇ ਭੜਕਾਉਂਦਾ ਹੋਵੇ ਤੇ ਫਿਰ ਬੰਦੇ ਦੇ ਬੱਕੀਆਂ ਅੰਦਰ ਪਾ ਦੂ। ਇੱਕ ਚਾਲ ਚੱਲਣ ਵਾਲਾ ਰੇਪੀਏ ਦੇ ਵਿੱਚ। ਧਾਮ ਸੋਭਾ ਉਤਸਵ। ਉਤਸਵ ਹੋਵੇ। ਉਤਸਵ ਦਾ ਅਰਥ ਹੁੰਦਾ ਸ੍ਰੇਸ਼ਟ ਦਿਨ ਦੀ ਆਪਾਂ ਬਜ਼ੁਰਗਾਂ ਦੀ ਯਾਦ ਜਾਂ ਚੰਗਾ ਉਤਸਵ ਕਰੀਏ, ਸ਼ੁਭ ਕਾਰਜ ਲਈ, ਮੰਗਲਮੈ ਕਾਰਜ ਦੇ ਨਾਲ ਧਾਮ ਜਿਹੜਾ ਘਰ ਸੋਭਾ ਪਾਉਂਦਾ। ਸੋਭਾ ਵਿਆਕਰਨ ਰਵੀ ਨਦੀ ਹੰਸ ਗਤ ਤੇ। ਕਹਿੰਦੇ ਜਿਹੜੀ ਵਿਆਕਰਨ ਹੈ ਉਹ ਪੜ੍ਹਨ ਦੇ ਨਾਲ, ਵਿਆਕਰਨ ਪੜ੍ਹਨ ਦੇ ਨਾਲ ਵਿਦਵਾਨ ਸੋਭਾ ਪਾਉਂਦਾ ਹੈ। ਕਿਉਂਕਿ ਵਿਦਿਆਵਾਨ ਜਿਹੜੇ ਲੋਕ ਨੇ, ਵਿਦਿਆ ਨੂੰ ਪੜ੍ਹਨ ਅਰਜਿਤ ਕਰਨ ਵਾਲੇ ਲੋਕ ਨੇ, ਵਿਆਕਰਨ ਉਹਨਾਂ ਲਈ ਜ਼ਰੂਰੀ ਹੈ। ਸ਼ਬਦਾਂ ਦਾ ਉਹਨਾਂ ਨੂੰ ਗਿਆਨ ਹੋਣਾ ਜ਼ਰੂਰੀ ਹੈ। ਕਿਹੜਾ ਸ਼ਬਦ ਕਿੱਥੇ ਕਿਵੇਂ ਪ੍ਰਯੋਗ ਹੋਇਆ ਇਹ ਵੀ ਵਿਆਕਰਨ ਤੋਂ ਬਿਨਾਂ ਜਿਹੜੀ ਹੈ ਉਹ ਸੋਭਾ ਜੀਵ ਨਹੀਂ ਪਾ ਸਕਦਾ, ਵਿਦਵਾਨ ਨਹੀਂ ਹੋ ਸਕਦਾ। ਰਵੀ ਨਦੀ ਹੰਸ ਗਤ ਤੇ ਨਦੀ ਵੀ ਤਾਂ ਸੋਭਾ ਪਾਉਂਦੀ ਹੈ, ਤਲਾਬ ਵੱਡੇ ਤਾਂ ਸੋਭਾ ਪਾਉਂਦੀ ਉਹਨਾਂ ਦੇ ਵਿੱਚ ਹੰਸ ਹੋਵੇ, ਹੰਸ ਬੈਠਾ ਮੋਤੀ ਚੁਗਦਾ ਹੋਵੇ। ਕਹਿੰਦੇ ਇਸ ਲਈ ਇਹ ਜੀਵ ਦੀ ਵੀ ਜਿਹੜੀ ਹੈ ਚਾਲ ਸੁੰਦਰ ਹੋਵੇ। ਸਭਾ ਸੋਭਾ ਵਿਦਵਾਨ ਸੋਭਾ ਪਾਉਂਦੇ ਨੇ। ਸਭਾ ਸੋਭਾ ਪਾਉਂਦੀ ਹੈ ਇੱਕ ਦੋ ਵਿਦਵਾਨ ਬੈਠੇ ਹੋਣ ਤੇ ਆਪਣੀ ਵਿਦਿਆ ਦਾ ਜੋਹਰ ਦਿਖਾਉਣ, ਸ਼ਬਦਾਵਲੀ ਸ਼ੁੱਧ ਬੋਲਣ। ਅੱਗੇ ਜਾ ਕੇ ਆਪਾਂ ਇੱਕ ਸ਼ਲੋਕ ਪੜਾਂਗੇ। ਅਲੰਕਾਰ ਪਟ ਭੇਕਵਿਨ ਜਦ ਹੋਏ ਕਰੂਪ ਸੋਭਨ ਸੰਤਨ ਸਭਾ ਵਿੱਚ ਵਿਦਿਆਵਾਨ ਅਨੂਪ। ਇਸੇ ਗ੍ਰੰਥ ਦਾ ਸ਼ਲੋਕ ਅੱਗੇ ਜਾ ਕੇ ਆਏਗਾ। ਸਭਾ ਸੋਭਾ ਵਿਦਿਆਵਾਨ। ਸਭਾ ਵਿਦਵਾਨਾਂ ਦੇ ਨਾਲ ਸੋਭਾ ਪਾਉਂਦੀ ਹੈ। ਜਦੋਂ ਵਿਦਵਾਨ ਸਭਾ ਦੇ ਵਿੱਚ ਬੋਲਦਾ ਹੈ ਤੇ ਸਾਰਿਆਂ ਦੇ ਮਨ ਪੁਲਕਤ ਹੋ ਜਾਂਦੇ ਨੇ, ਖਿੜ ਜਾਂਦੇ। ਕੁੱਲ ਸੋਭਾ ਸ਼ੁਭ ਸੰਤਾਨ। ਸੰਤਾਨ ਚੰਗੀ ਕੁੱਲ ਵਿੱਚ ਹੋ ਜਾਵੇ ਸੋਭਾ ਪਾਉਂਦੀ ਹੈ। ਦੁਨੀਆ ਵਿੱਚ ਨਾ ਹੋ ਜਾਂਦਾ ਵੀ ਯਾਰ ਫਲਾਨੀ ਕੁੱਲ ਵਿੱਚ ਪੈਦਾ ਹੋਇਆ, ਕੁੱਲ ਹੀ ਸਫਲੀ ਕਰ ਦਿੱਤੀ। ਹੱਥ ਸੋਭਾ ਪਾਉਂਦੇ ਨੇ। ਪਾਣ ਸੋਭਾ ਕਰੈ ਦਾਨ। ਪਾਣ ਜਿਹੜੇ ਨੇ ਹੱਥ ਇਹ ਸੋਭਾ ਪਾਉਂਦੇ ਨੇ, ਦਾਨ ਕਰਦੇ ਰਹੀਏ। ਤੇ ਖਿੱਤ ਖਿੱਤ ਪੱਤ ਤੇ। ਗ੍ਰੰਥਾਕਾਰ ਕਹਿੰਦੇ ਵੀ ਭਾਈ ਤੂੰ ਇਹ ਸਮਝ ਲੈ ਵੀ ਜਿਹੜੇ ਖਿੱਤ ਖਿੱਤ ਪੱਤ ਤੇ, ਪਾਪ ਖਿੱਤ ਨਾਮ ਹੈ ਧਰਤੀ ਦਾ, ਤੇ ਧਰਤੀ ਸੋਭਾ ਪਾਉਂਦੀ ਹੈ ਖਿੱਤ ਪੱਤ।
ਅੱਗੇ ਖਿੱਤਪਤ ਉਹਦੇ ਨਾਲ ਲੱਗ ਜਾਣਾ। ਖਿੱਤ ਨਾਮ ਹੈ ਧਰਤੀ ਦਾ, ਖਿੱਤਪਤ ਹੋ ਗਿਆ ਖਿੱਤ ਦਾ ਰਾਜਾ, ਰਾਜਾ ਮੰਨ ਲਓ ਧਰਤੀ ਦਾ ਰਾਜਾ। ਖਿੱਤ ਧਰਤੀ ਸ਼ੋਭਾ ਪਾਉਂਦੀ ਹੈ, ਉਹਦਾ ਰਾਜਾ ਚੰਗਾ ਹੋਵੇ। ਮੂਰਖ ਸ਼ੋਭਾ ਪਾਉਂਦਾ ਹੈ, ਮੌਨ ਹੋ ਕੇ ਬਹਿ ਜੇ। ਤੇ ਸਿੱਖੀ ਨਾਮ ਹੈ ਇੱਥੇ ਅੱਗ ਦਾ, ਅਗਨੀ ਦਾ। ਅਗਨੀ ਸ਼ੋਭਾ ਪਾਉਂਦੀ ਆ, ਉੱਤੇ ਹੌਣ ਪੈਂਦਾ ਹੋਵੇ, ਹਵਨ ਪਵੇ, ਯਾਨੀ ਉਹਦੇ ਵਿੱਚੋਂ ਨਿਕਲਾ ਹੋਇਆ ਧੂਆਂ, ਨਿਕਲੀ ਹੋਈ ਵਸਤੂ, ਸਾਰ ਵਸਤੂ ਬ੍ਰਹਿਮੰਡ ਨੂੰ ਸ਼ੁੱਧ ਕਰੇ, ਉਹ ਅਗਨੀ ਸ਼ੋਭਾ ਪਾਉਂਦੀ ਹੈ। ਅਤ ਸਹਿ ਤ੍ਰਿਭੁਵਨ ਸ਼ੋਭਾ, ਅਤ ਸਹਿ ਤ੍ਰਿਭੁਵਨ ਧਰਮੀ ਸਮਤ। ਕਹਿੰਦੇ ਤਿੰਨੇ ਭਵਨ ਸ਼ੋਭਾ ਪਾਉਂਦੇ ਨੇ ਜੇ ਧਰਮੀ ਸਮਤੀਆ ਹੋਵੇ, ਭਾਵ ਸਮਤੀਆ ਪੁਰਸ਼ ਧਰਮੀ ਬਣ ਜਾਵੇ ਤਾਂ ਤਿੰਨੇ ਹੀ ਲੋਕ ਸ਼ੋਭਾ ਪਾਉਂਦੇ ਨੇ। ਤਿੰਨੇ ਲੋਕ, ਸਾਰੇ ਲੋਕ, ਬ੍ਰਹਮਾ ਲੋਕ, ਵਿਸ਼ਨ ਲੋਕ, ਸ਼ਿਵ ਲੋਕ। ਕਹਿੰਦੇ ਸਾਰਿਆਂ ਦੇਸ਼ਾਂ ਦੇ ਵਿੱਚ ਸਮਤੀਆ ਪੁਰਸ਼, ਧਰਮੀ ਪੁਰਸ਼ ਸ਼ੋਭਾ ਪਾਉਂਦਾ। ਸਾਰਿਆਂ ਵਿੱਚ ਜਿੱਥੇ ਵੀ ਜਾਂਦਾ ਹੈ, ਬ੍ਰਹਮ ਲੋਕ ਵਿੱਚ ਜਾਂਦਾ, ਉੱਥੇ ਸ਼ੋਭਾ ਮਿਲਦੀ ਹੈ। ਜਾਂ ਮੰਨ ਲਵੋ ਤੁਸੀਂ ਤਿੰਨੇ ਲੋਕਾਂ ਦੇ ਵਿੱਚ, ਤਿੰਨੇ ਕਾਲਾਂ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ। ਜਿਹੜੇ ਬੰਦੇ ਧਰਮੀ ਨੇ ਤੇ ਸਮਤੀਏ ਨੇ। ਦੋ ਸ਼ਲੋਕ ਰਹਿੰਦੇ ਨੇ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੈ ਜੇ ਕੋਏ। ਸੁਖੀ ਕਰੈ ਤੋ ਸੁਖ ਬੜੈ, ਦੁਖੀ ਕਰੈ ਦੁਖ ਕੋਏ। ਸੁਖੀ ਤਸਯਾ ਦੁਖ ਤਸਯਾ, ਚਾ ਸੰਸਾਰੇ ਧਰਮ ਏਵ ਤਵਰ ਕਾਰਿਆ। ਸੁਖੀ ਤਸਯਾ ਤਦ ਤਦ ਭ੍ਰਿਸ਼ਟ, ਦਈ ਦੁਖ ਬੁਝਸ ਤਦ ਉਪਘਾਤਯ। ਗ੍ਰੰਥਾਕਾਰ ਕਹਿੰਦੇ ਸੁਖੀ ਤਸਯਾ, ਦੁਖੀ ਤਸਯਾ। ਸੁਖੀ ਕੋਲ ਸੁਖੀ ਲੋਕ ਤੇ ਦੁਖੀ ਲੋਕ। ਸੰਸਾਰੇ ਧਰਮ ਏਵ, ਸੰਸਾਰ ਦੇ ਵਿੱਚ ਹੀ। ਤਵ ਅਕਾਰਿਆ, ਕਹਿੰਦੇ ਸੁਖੀ ਦੁਖੀ ਜਿਹੜੇ ਲੋਕ ਨੇ ਧਰਮ ਦੇ ਵਿੱਚ, ਜਿਹੜਾ ਵੀ ਬੰਦਾ ਧਰਮ ਕਾਰਿਆ ਕਰਦਾ ਨਾ, ਧਰਮ ਇਹ ਧਰਮ ਦੇ ਕੰਮ ਨੂੰ ਕਰਦਾ ਹੈ। ਸੁਖੀ ਕਰੈ, ਸੁਖੀ ਤਸਯ, ਕਹਿੰਦੇ ਸੁਖੀ ਕਰਦਾ ਤੇ ਉਹਦਾ ਸੁੱਖ ਵੱਧ ਜਾਂਦਾ ਹੈ। ਦੁਖੀ ਕਰਦਾ ਤਾਂ ਬੁਝਸ ਤਦ ਉਪਘਾਤਯ, ਕਹਿੰਦੇ ਦੁੱਖ ਦਾ ਘਾਤ ਹੋ ਜਾਂਦਾ, ਦੁੱਖ ਵੀ ਉਹਦਾ ਘਟ ਜਾਂਦਾ। ਮੰਨ ਲਈਏ ਸੁਖੀ ਕਰੈ ਤੋ ਸੁਖ ਵਢੈ, ਦੁਖੀ ਕਰੈ ਦੁੱਖ ਖੋਏ। ਦੁਖੀ ਕਰਦਾ ਸੁਖ ਦੇ ਜਾਂਦੇ ਨੇ, ਦੁਖੀ ਕਰਦਾ ਤੇ ਦੁੱਖ ਦੇ ਜਾਂਦੇ ਨੇ। ਭਾਵ ਉਹਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਹੈ, ਦੁੱਖ ਤੇ ਸੁੱਖ ਨੂੰ ਪਾਉਂਦੇ ਨਹੀਂ ਗਏ। ਸਤ ਦੋਹੇ ਦੋ ਚੌਪਈ, ਉੱਤਮ ਏਕ ਕਵਿਤ। ਦਸੇ ਸੰਧਿ ਆਨੰਦ ਮੈਂ, ਬਸੇ ਜਿਸੇ ਨਿਤ ਚਿਤ। ਸਤ ਦੋਹੇ ਦੋ ਚੌਪੀਆਂ ਤੇ ਇੱਕ ਕਵਿਤ ਇਸ ਅਧਿਆਏ ਵਿੱਚ ਆਇਆ ਹੈ। 10 ਸੰਧਾਂ ਦਾ ਇਹ ਇੱਕ ਅਧਿਆਏ ਹੈ, ਜਿਸ ਦੇ ਚਿੱਤ ਵਿੱਚ ਵਸ ਜਾਵੇ ਰੋਜ਼ ਸੁੱਖ ਤੇ ਸ਼ਾਂਤੀ ਦੇਗਾ। ਕਿਤ ਸ੍ਰੀ ਸਾਰ ਕਤਾਵਲੀ ਤਾਸ ਪ੍ਰਥਮ ਅਧਿਆਏ, ਧਰਮ ਨ ਰੂਪਿਓ ਤਾਸ ਮੈਂ ਕਬ ਹਰਦਿਆਲ ਸੁਭਾਏ। ਕਹਿੰਦੇ ਗ੍ਰੰਥਾਕਾਰ ਵੀ ਇਸ ਸ਼ਲੋਕ ਦੇ ਵਿੱਚ, ਗ੍ਰੰਥ ਅਧਿਆਏ ਦੇ ਵਿੱਚ ਮੈਂ ਧਰਮ ਦਾ ਮਨਾਂਕ ਥੋੜਾ ਜਿਹਾ ਹੀ ਵਰਣਨ ਕੀਤਾ ਹੈ। ਤੇ ਕੱਲ ਨੂੰ ਆਪਾਂ ਗੁਰਕੀਰਤ ਕੋ ਅਪਰੋਖ ਕਰੇ, ਗੁਰੂ ਕੀਰਤੀ ਦੂਸਰੇ 7 ਸ਼ਲੋਕ ਉਚਾਰ। ਕੱਲ ਨੂੰ ਆਪਾਂ 8 ਤੋਂ 9 ਮਹਾਂਪੁਰਸ਼ਾਂ ਨੇ ਅੱਜ ਟਾਈਮ ਬੰਨਿਆ। ਆਪਾਂ 8 ਤੋਂ 9 ਜਿਹੜਾ